ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਕਲਗੀਧਰ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਔਰ ਕਲਗੀਧਰ ਪਿਤਾ ਜੀ ਉਹ ਰਹਿਬਰ, ਉਹ ਗੁਰੂ, ਉਹ ਪੀਰ, ਉਚਦੇ ਪੀਰ ਦੇ ਤੌਰ 'ਤੇ ਵਿਚਰੇ ਉਹ ਅਵਤਾਰ ਜਿਨ੍ਹਾਂ ਨੇ ਪੰਡਤ ਸ਼ਿਵਦੱਤ ਨੂੰ ਉਹਦੇ ਈਸ ਦੇ ਤੌਰ 'ਤੇ ਵੀ ਦਰਸ਼ਨ ਦਿੱਤੇ। ਭੀਖਰ ਸ਼ਾਹ ਦੇ ਖੁਦਾ ਸਾਰਿਆਂ ਦੇ ਸਾਂਝੇ ਔਰ ਮਨੁੱਖਤਾ ਨੂੰ ਇੱਕ ਨਵੀਂ ਸੇਧ ਦੇਣ ਵਾਲੇ। ਅੱਜ ਉਹਨਾਂ ਦਾ ਪ੍ਰਕਾਸ਼ ਪੁਰਬ ਹੈ, ਉਹਨਾਂ ਬਾਰੇ ਗੱਲ ਕਰਨੀ ਹੈ। ਔਰ ਉਹਨਾਂ ਬਾਰੇ ਗੱਲ ਕਰਨ ਦੇ ਲਈ ਉਹਨਾਂ ਨੂੰ ਇੱਕ ਤਰ੍ਹਾਂ ਦੀ ਉਹਨਾਂ ਦੀ ਆਮਦ ਨੂੰ ਕਵਿਤਾ ਦੇ ਰੂਪ 'ਚ ਜੀ ਆਇਆਂ ਕਹਿਣ ਦੇ ਲਈ, ਕਾਵਿਕ ਤੌਰ 'ਤੇ ਜੀ ਆਇਆਂ ਕਹਿਣ ਦੇ ਲਈ ਉਚੇਚੇ ਤੌਰ 'ਤੇ ਬੇਨਤੀ ਕਰਕੇ ਸੰਗਤ ਟੈਲੀਵਿਜ਼ਨ ਦੇ ਸਟੂਡੀਓ ਅੰਦਰ ਸੱਦਿਆ ਸਰਦਾਰ ਕੁਲਵੰਤ ਸਿੰਘ ਜੀ, ਜਿਹਨਾਂ ਨੂੰ ਆਪਾਂ ਲਾਲੀ ਸਰਦਾਰ ਦੇ ਤੌਰ 'ਤੇ ਵੀ ਜਾਣਦੇ ਹਾਂ। ਗਾਇਕ ਨੇ, ਲਿਖ ਵੀ ਲੈਂਦੇ ਨੇ। ਔਰ ਉਹਨਾਂ ਦੀ ਆਮਦ ਨੂੰ ਮੈਂ ਜੀ ਆਇਆਂ ਆਖਦਾ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੁਲਵੰਤ ਸਿੰਘ ਦੇ ਨਾਲ ਗੱਲ ਕਰਨ ਤੋਂ ਪਹਿਲਾਂ ਇੱਕ ਗੱਲ ਬਸ ਸਾਂਝੀ ਕਰ ਲਵਾਂ। ਆਪਾਂ ਕਿੱਡੇ ਕੁ ਵੱਡੇ ਰਹਿਬਰ ਬਾਰੇ ਗੱਲ ਕਰ ਰਹੇ ਹਾਂ, ਕਿੱਡੀ ਕੁ ਸਮਰੱਥਾ ਦੇ ਮਾਲਕ ਸਨ ਸਤਿਗੁਰੂ ਕਲਗੀਧਰ ਪਾਤਸ਼ਾਹ। ਇੱਕ ਬੰਨੇ ਤਾਂ ਗੁਰੂ ਨਾਨਕ ਸਾਹਿਬ ਪਰਮਾਤਮਾ ਦਾ ਹੂ ਬਹੂ ਰੂਪ ਗੁਰਬਾਣੀ ਨੇ ਆਖਿਆ, ਆਪ ਨਾਰਾਇਣ ਕਲਾਧਾਰ ਜਗ ਮੈਂ ਪ੍ਰਗਟਿਆ। ਤੇ ਗੁਰੂ ਨਾਨਕ ਸਾਹਿਬ ਆਪਣੀ ਜੋਤ ਜਾਂਦੇ ਜਾਂਦੇ ਭਾਈ ਲਹਿਣਾ ਜਿਹਨੂੰ ਦੇਖ ਕੇ ਗੁਰੂ ਅੰਗਦ ਦੇਵ ਬਣਾ ਗਏ, ਤੇ ਉਹ ਜੋਤ ਚੱਲਦੀ ਰਹੀ। ਸੋ ਪਰਮਾਤਮਾ ਦੀ ਜੋਤ ਗੁਰੂ ਨਾਨਕ ਤੋਂ ਚਲਦੀ ਚਲਦੀ ਗੁਰੂ ਗੋਬਿੰਦ ਸਿੰਘ ਤੱਕ ਆਈ। ਸੋ ਇਸ ਪੱਖੋਂ ਗੁਰੂ ਨਾਨਕ ਦੇ ਵਾਰਸ ਹੋਣ ਦੇ ਨਾਤੇ, ਦਸਵਾਂ ਨਾਨਕ ਹੋਣ ਦੇ ਨਾਤੇ ਵੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਹੂ ਬਹੂ ਪਰਮਾਤਮਾ ਦਾ ਰੂਪ, ਗੁਰੂ ਨਾਨਕ ਦੀ ਜੋਤ ਦੇ ਮਾਲਕ ਹੋਣ ਦੇ ਨਾਤੇ, ਗੁਰੂ ਨਾਨਕ ਦੀ ਜੋਤ ਦੇ ਵਾਰਸ ਹੋਣ ਦੇ ਨਾਤੇ ਹੂ ਬਹੂ ਪਰਮਾਤਮਾ ਦਾ ਰੂਪ, ਆਪ ਨਾਰਾਇਣ ਕਲਾਧਾਰ ਜਗ ਮੈਂ ਪ੍ਰਗਟਿਆ। ਦੂਜੇ ਬੰਨੇ ਉਹਨਾਂ ਦੀ ਆਪਣੀ ਤਪੱਸਿਆ ਇੰਨੀ ਕੁ, ਜਿਹਦੇ ਬਾਰੇ ਕਲਗੀਧਰ ਪਾਤਸ਼ਾਹ ਨੇ ਆਪਣੀ ਕਲਮ ਦੇ ਨਾਲ ਆਪਣੀ ਰਚਨਾ ਤੋਂ ਆਖਿਆ। ਇੰਨੀ ਜ਼ਿਆਦਾ ਤਪੱਸਿਆ ਕਿ ਉਹ ਦਵੈਤ ਤੇ ਏਕ ਰੂਪ ਹੋਇਆ ਗਿਆ। ਉਹ ਦੋਵਾਂ ਤੋਂ ਇੱਕ ਰੂਪ ਹੋ ਗਿਆ, ਪਰਮਾਤਮਾ ਦਾ ਤੇ ਉਹਨਾਂ ਦਾ ਕੋਈ ਫਰਕ ਨਹੀਂ ਰਿਹਾ। ਤੇ ਫਿਰ ਪਰਮਾਤਮਾ ਨੇ ਉਹਨਾਂ ਨੂੰ ਆਪਣਾ ਰੂਪ ਬਣਾ ਕੇ ਸਾਰੀਆਂ ਸ਼ਕਤੀਆਂ ਦੇ ਕੇ ਇਸ ਸੰਸਾਰ ਤੇ ਭੇਜ ਦਿੱਤਾ ਕਿ ਨਤਾਣਿਆਂ ਨੂੰ ਮਨੇ ਦੀ ਵਾਹ ਫੜਨੀ ਹੈ, ਪੰਥ ਪ੍ਰਚਰ ਕਰਬੇ ਕੋ ਸਾਂਝਾ। ਪੰਥ ਦੇ ਪ੍ਰਚਾਰ ਕਰਨ ਦੇ ਲਈ ਉਹ ਪੰਥ ਜਿਹੜਾ ਗੁਰੂ ਨਾਨਕ ਸਾਹਿਬ ਨੇ ਚਲਾਇਆ ਹੋਇਆ ਸੀ, ਉਹ ਸੱਚ ਦੀ ਗੱਲ, ਹੱਕ ਦੀ ਗੱਲ। ਸੋ ਆਪਣੀ ਭਗਤੀ ਦੇ ਤੌਰ ਤੇ, ਆਪਣੀ ਤਪੱਸਿਆ ਦੇ ਤੌਰ ਤੇ ਵੀ ਗੁਰੂ ਗੋਬਿੰਦ ਸਿੰਘ ਜੀ ਪਿਛਲੇ ਜਨਮਾਂ ਦੀਆਂ ਤਪੱਸਿਆਵਾਂ ਤੋਂ ਲੈ ਕੇ ਦੁਸ਼ਦਮਨ ਦੇ ਤੌਰ ਤੇ ਲੈ ਕੇ, ਜਿਹੜੀ ਕਲਗੀਧਰ ਦੀ ਆਪਣੀ ਰਚਨਾ ਉਹਦੇ ਤੌਰ ਤੇ ਲੈ ਕੇ, ਉਹ ਹੂ ਬਹੂ ਪਰਮਾਤਮਾ ਦਾ ਰੂਪ, ਪਰਮਾਤਮਾ ਨੇ ਸਾਰੀਆਂ ਸ਼ਕਤੀਆਂ ਦੇ ਕੇ ਤੋਰਿਆ। ਸੋ ਕਲਗੀਧਰ ਪਾਤਸ਼ਾਹ ਏਡੇ ਸਮਰੱਥ ਸਨ। ਮੈਂ ਉਹਦਾ ਇੱਕ ਉਦਾਹਰਨ ਜਿਹੜੀ ਗਾਂ ਵੀ ਦੇ ਜਾਣੀ ਹੈ ਤੁਹਾਨੂੰ, ਕਿ ਉਹ ਜਿਹੜੀਆਂ ਸ਼ਕਤੀਆਂ ਇਸ ਸੰਸਾਰ 'ਚ ਵਿਚਦੀਆਂ ਕਿੱਦਾਂ। ਪਰ ਮੈਂ ਚਾਹੁੰਦਾ ਕਿ ਕੁਲਵੰਤ ਸਿੰਘ ਹੋਣਾ ਤੋਂ ਪਹਿਲਾਂ ਆਪਾਂ ਕਵਿਤਾ ਦੇ ਤੌਰ ਦੇ ਵਿੱਚ ਉਹਨਾਂ ਨੂੰ ਜੀ ਆਇਆਂ ਕਹਿ ਲਈਏ, ਇੱਕ ਅਰਦਾਸ ਕਰ ਲਈ ਉਹਨਾਂ ਦੇ ਸਾਹਮਣੇ। ਕੁਲਵੰਤ ਸਿੰਘ ਜੀ ਕੀ ਕਰਨਾ ਚਾਹੋਗੇ? ਜੀ ਪਹਿਲਾਂ ਤੁਹਾਡਾ ਬਹੁਤ ਧੰਨਵਾਦ, ਸੰਗਤ ਟੀਵੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਸੰਗਤ ਤੇ ਰੂਪ ਕੀਤਾ। ਹਾਂਜੀ, ਜੋ ਮੈਂ ਛੋਟਾ ਜਿਹਾ ਗੀਤ ਕਵਿਤਾ ਰਿਕਾਰਡ ਹੋਈ ਹੈ, ਹਾਂਜੀ, ਉਹ ਬਹੁਤ ਧੰਨਵਾਦੀ ਸੰਗਤਾਂ ਦਾ। ਕਵਿਤਾ ਰੂਪ ਗੀਤ ਹੈ, ਜਾਨੀ ਕਿ ਜਿਹੜਾ ਰਿਕਾਰਡ ਹੋਇਆ ਆ। ਹਾਂਜੀ, ਇਹ ਅਰਦਾਸ ਰੂਪ 'ਚ ਜੀ। ਅਰਦਾਸ ਮੈਂ ਦੇਖਿਆ ਵੀ ਸੀ, ਅਰਦਾਸ ਕਰਾਂ ਜੀ ਜੀ ਹੋ ਜਾਵੇ। ਅਰਦਾਸ ਪਹਿਲਾਂ ਮੈਂ ਦੱਸੂਗਾ ਉਸ ਜੋ ਲਿਖਿਆ, ਮੈਨੂੰ ਬਹੁਤ ਕਿਰਪਾ ਕੀਤੀ। ਹਾਂਜੀ, ਜੋ ਮੈਂ ਸੋਚਿਆ ਸੀਗਾ ਉਹਨਾਂ ਦੇ ਗੁਰਪੁਰਬ ਤੇ ਉਹਨਾਂ ਦਾ 100,000 ਵਿਊ ਹੋਇਆ। ਹਾਂਜੀ, ਬੜੀ ਕਿਰਪਾ ਕੀਤੀ ਹੈ ਮੇਰੀ। ਮੈਂ ਕਰਨਾ ਪੂਰੀ ਕੀਤੀ, ਮੈਂ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ। ਹਾਂਜੀ, ਤਾਂ ਉਹਨੇ ਕਬੂਲ ਕੀਤੀ ਹੈ। ਸਾਰੇ ਪ੍ਰਵਾਨ ਕਰਿਓ ਜੀ। ਮੇਰੇ ਬਾਜਾਂ ਵਾਲਿਆ ਤੂੰ ਆ ਜਾ ਫਿਰ ਇੱਕ ਵਾਰ ਵੇ, ਤੈਨੂੰ ਦਿਲ ਤੋਂ ਪੁਕਾਰਾਂ ਨਾਲੇ ਕਰਾਂ ਅਰਦਾਸ ਵੇ। ਹੋ ਜਿਸ ਧਰਤੀ ਤੇ ਦਾਤਾ ਵੇ, ਹੋ ਜਿਸ ਧਰਤੀ ਤੇ ਦਾਤਾ, ਉਹ ਪੰਥ ਖਾਲਸਾ ਸਜਾਇਆ। ਕੱਲਾ ਕੱਲਾ ਸਿੰਘ ਸੀਗਾ, ਤੂੰ ਤਾਂ ਲੱਖਾਂ ਨਾਲ ਲੜਾਇਆ। ਉਹ ਅੱਜ ਨਸ਼ਿਆਂ 'ਚ ਡੁੱਬ ਗਿਆ ਤੇਰਾ ਉਹ ਪੰਜਾਬ। ਮੇਰੇ ਬਾਜਾਂ ਵਾਲਿਆ ਤੂੰ ਆ ਜਾ ਫਿਰ ਇੱਕ ਵਾਰ
ਵੇ ਤੈਨੂੰ ਦਿਲ ਤੋਂ ਪੁਕਾਰਾਂ ਨਾਲੇ ਕਰਾਂ ਅਰਦਾਸ ਵੇ ਮੇਰੇ ਬਾਜਾਂ ਵਾਲਿਆ ਤੂੰ ਆ ਜਾ ਫਿਰ ਇੱਕ ਵਾਰ ਹੋ ਮਾਤਾ ਗੁਜਰੀ ਦੇ ਵਾਂਗੂ ਵੇ ਹੋ ਮਾਤਾ ਗੁਜਰੀ ਦੇ ਵਾਂਗੂ ਨਾ ਕੋਈ ਲੋਰੀਆਂ ਸੁਣਾਵੇ ਨਾ ਹੀ ਉਹ ਇੱਕ ਓਮਕਾਰ ਵਾਲਾ ਪਾਠ ਵੀ ਪੜਾਵੇ ਉਹ ਤਾਈਓ ਰੱਖਦੇ ਨੀ ਬੱਚੇ ਹੁਣ ਸਿਰਾਂ ਉੱਤੇ ਵਾਰ ਮੇਰੇ ਬਾਜਾਂ ਵਾਲਿਆ ਤੂੰ ਆ ਜਾ ਫਿਰ ਇੱਕ ਵਾਰ ਵੇ ਤੈਨੂੰ ਦਿਲ ਤੋਂ ਪੁਕਾਰਾਂ ਨਾਲੇ ਕਰਾਂ ਅਰਦਾਸ ਵੇ ਮੇਰੇ ਬਾਜਾਂ ਵਾਲਿਆ ਤੂੰ ਆ ਜਾ ਫਿਰ ਇੱਕ ਵਾਰ ਵੇ ਹੋ ਪਹਿਲਾਂ ਵਿਆਹ ਤੇ ਪੱਗ ਬੰਨੇ ਹੋ ਉਹ ਪਹਿਲਾਂ ਵਿਆਹ ਤੇ ਪੱਗ ਬੰਨੇ ਫਿਰ ਕਲਗੀ ਸਜਾਵੇ ਨਾਲੇ ਤੇਰੀ ਓਟ ਤੱਕੇ ਫਿਰ ਸ਼ਗਨ ਮਨਾਵੇ ਆਨੰਦ ਕਾਰਜਾਂ ਤੋਂ ਬਾਅਦ ਨਵੇਂ ਫੈਸ਼ਨਾਂ ਦੇ ਨਾਲ ਮੈਨੂੰ ਦਿਸਦੀ ਨਹੀਂ ਉਹਦੇ ਸਿਰ ਉੱਤੇ ਦਸਤਾਰ ਮੇਰੇ ਬਾਜਾਂ ਵਾਲਿਆ ਤੂੰ ਆ ਜਾ ਫਿਰ ਇੱਕ ਵਾਰ ਵੇ ਤੈਨੂੰ ਦਿਲ ਤੋਂ ਪੁਕਾਰਾਂ ਵੇ ਨਾਲੇ ਕਰਾਂ ਅਰਦਾਸ ਹੋ ਤੇਰਾ ਕਿੱਡਾ ਵੱਡਾ ਜੇਰਾ ਵੇ ਹੋ ਤੇਰਾ ਕਿੱਡਾ ਵੱਡਾ ਜੇਰਾ ਕਿੱਡੀ ਵੱਡੀ ਕੁਰਬਾਨੀ ਸਭ ਕੁਝ ਵਾਰ ਦਿੱਤਾ ਕੋਲ ਰੱਖੀ ਨਾ ਨਿਸ਼ਾਨੀ ਵੇ ਲਾਲੀ ਕਿੱਦਾਂ ਭੁੱਲ ਜਾਊ ਤੇਰੇ ਕੀਤੇ ਉਪਕਾਰ ਮੇਰੇ ਬਾਜਾਂ ਵਾਲਿਆ ਤੂੰ ਆ ਜਾ ਫਿਰ ਇੱਕ ਵਾਰ ਵੇ ਤੈਨੂੰ ਦਿਲ ਤੋਂ ਪੁਕਾਰਾਂ ਨਾਲੇ ਕਰਾਂ ਅਰਦਾਸ ਵੇ ਮੇਰੇ ਬਾਜਾਂ ਵਾਲਿਆ ਤੂੰ ਆ ਜਾ ਫਿਰ ਇੱਕ ਵਾਰ ਤੂੰ ਆ ਜਾ ਫਿਰ ਇੱਕ ਵਾਰ ਤੂੰ ਆ ਜਾ ਫਿਰ ਇੱਕ ਵਾਰ ਵੇ ਵਾਹਿਗੁਰੂ ਜੀ ਇਦਾਂ ਦੀ ਕੁਛ ਕੋਸ਼ਿਸ਼ ਕੀਤੀ ਆ ਬਹੁਤ ਵਧੀਆ ਲਿਖਿਆ ਵੀ ਤੁਸੀਂ ਆਪ ਹਾਂਜੀ ਹਾਂਜੀ ਕੀ ਬਾਤ ਹੈ ਲਿਖਿਆ ਵੀ ਆਪ ਹੈ ਵੈਸੇ ਮੈਂ ਗੀਤ ਤੁਹਾਡੇ ਗਾਉਣਾ ਤੁਹਾਡੀ ਸੋਚ ਨੂੰ ਲਿਖਿਆ ਵੈਸੇ ਮੈਂ ਚਲੋ ਨਹੀਂ ਲਿਖਿਆ ਵੀ ਆਪ ਹੈ ਔਰ ਬੋਲਿਆ ਵੀ ਆਪ ਹੈ ਔਰ ਮੇਰਾ ਖਿਆਲ ਜੇ ਮੈਂ ਭੁੱਲਦਾ ਨਹੀਂ ਤੇ ਗੀਤ ਮਿਊਜ਼ਿਕ ਦੇ ਨਾਲ ਵੀ ਆਇਆ ਸਾਰਾ ਕੁਝ ਜੀਵਨ ਰਿਕਾਰਡ ਤੇ ਮੈਂ ਦੇਖਿਆ ਸ਼ਾਇਦ ਜੀਵਨ ਰਿਕਾਰਡ ਤੇ ਆਇਆ ਹੈਗਾ ਜੇ ਤੁਸੀਂ ਮਿਊਜ਼ਿਕ ਨਾਲ ਗੀਤ ਦੇਖਣਾ ਹੋਵੇ ਤਾਂ ਵੈਸੇ ਤਾਂ ਸੰਗਤ ਟੈਲੀਵਿਜ਼ਨ ਤੇ ਵੀ ਕਈ ਵਾਰੀ ਲੱਗ ਚੁੱਕਾ ਆ ਔਰ ਪਰ ਜੀਵਨ ਰਿਕਾਰਡ ਤੇ ਤੁਸੀਂ YouTube ਤੇ ਜਾ ਕੇ ਲਾਲੀ ਸਰਦਾਰ ਪਾ ਕੇ ਦੇਖਿਆ ਜਾ ਸਕਦਾ ਮਿਊਜ਼ਿਕ ਦੇ ਨਾਲ ਹੋਰ ਵੀ ਖੂਬ ਸੂਰਤ ਲੱਗਦਾ ਹੈਗਾ ਔਰ ਇੱਥੇ ਇੱਕ ਮੈਂ ਗੱਲ ਕਹਿਣੀ ਚਾਹੁੰਦਾ ਹਾਂ ਕਲਮ ਨੇ ਜਿੱਥੇ ਗੱਲ ਇਤਿਹਾਸ ਦੀ ਕਰਨੀ ਹੁੰਦੀ ਉੱਥੇ ਨਾਲ ਜਿਹੜੇ ਤੁਹਾਨੂੰ ਸਮੱਸਿਆ ਉਹਦੀ ਵੀ ਕਰਨੀ ਹੁੰਦੀ ਆ ਔਰ ਗੀਤ 'ਚ ਇੱਕ ਗੱਲ ਜਿਹੜੀ ਕੀਤੀ ਕਿ ਜਦੋਂ ਅੱਜ ਕੱਲ੍ਹ ਆਪਣਾ ਰਿਵਾਜ ਇਹ ਹੋ ਗਿਆ ਕਿ ਵਿਆਹ ਸ਼ਾਦੀਆਂ 'ਤੇ ਜਦੋਂ ਨੌਜਵਾਨ ਮੁੰਡਾ ਜਾਂਦਾ ਹੈ ਤੇ ਸਿਰ 'ਤੇ ਦਸਤਾਰ ਵੀ ਸਜਾਉਂਦਾ ਦਾੜੀ ਵੀ ਕੁਛ ਮਹੀਨਾ ਖੰਡ ਪਹਿਲਾਂ ਰੱਖ ਲੈਂਦਾ ਤੇ ਮਹੀਨਾ 2 ਮਹੀਨੇ ਪਹਿਲਾਂ ਦਾੜੀ ਰੱਖ ਕੇ ਥੋੜ੍ਹੀ ਦਾੜੀ ਵੀ ਵਧਾ ਲੈਂਦੇ ਆ ਦਸਤਾਰ ਵੀ ਸਜਾ ਲੈਂਦੇ ਉੱਤੇ ਕਲਗੀ ਵੀ ਲਾ ਲੈਂਦੇ ਆ ਤੇ ਜਦੋਂ ਹੀ ਆਨੰਦ ਕਾਰਜ ਹੁੰਦਾ ਬਾਅਦ ਜਦੋਂ ਆਨੰਦ ਕਾਰਜ ਤੋਂ ਬਾਅਦ ਪਾਰਟੀ ਹੁੰਦੀ ਆ ਕਰੋਨਾ ਕਰਕੇ ਹੁਣ ਰੁਕਿਆ ਹੋਇਆ ਕੰਮ ਪਰ ਜਦੋਂ ਪਾਰਟੀ ਹੁੰਦੀ ਆ ਤੇ ਜਦੋਂ ਪਾਰਟੀ ਤੋਂ ਵਾਪਸ ਆਉਂਦਾ ਆ ਗੁਰਦੁਆਰੇ ਪਹਿਲਾਂ ਤਾਂ ਗੁਰੂ ਦੀਆਂ ਅਸੀਸਾਂ ਲੈ ਲਈਆਂ ਇਹ ਰੂਪ ਜਿਹਾ ਬਣਾ ਕੇ ਚਲ ਗਿਆ ਤੇ ਫਿਰ ਜਦੋਂ ਪਾਰਟੀਆਂ ਦੇ ਜਦੋਂ ਹਾਲ 'ਚ ਪਹੁੰਚਦਾ ਤਾਂ ਉਦੋਂ ਬਿਲਕੁਲ ਘੁਣ ਮੁਣ ਜਿਹਾ ਹੋਇਆ ਹੁੰਦਾ ਫਿਰ ਪੱਗ ਵੀ ਲੱਥੀ ਹੁੰਦੀ ਆ ਕਲਗੀ ਵੀ ਲੱਥੀ ਹੁੰਦੀ ਸਾਰਾ ਕੁਛ ਕਲਗੀ ਤਾਂ ਲੱਥੀ ਹੁੰਦੀ ਪਹਿਲਾਂ ਹੀ ਪੱਗ ਵੀ ਲਾਈ ਹੁੰਦੀ ਆ ਦਾੜੀ ਵੀ ਜਿਹੜੀ ਬਣਾਈ ਹੁੰਦੀ ਆ 2 ਮਹੀਨੇ ਮਿਹਨਤ ਕਰਕੇ 2-2.5 ਮਹੀਨੇ ਮਿਹਨਤ ਕਰਕੇ ਉਹ ਵੀ ਨਹੀਂ ਹੁੰਦੀ ਤੇ ਸਤਿਗੁਰੂ ਨੇ ਇਹਦੇ ਬਾਰੇ ਜਿਹੜੀ ਗੱਲ ਕਹੀ ਨਾ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ ਅੰਧ ਕਾਲ ਕਾਤੀ ਕਟਿਓ ਬਾਸ ਨਰਕ ਮੈਂ ਲੀਨ ਬਹੁਤ ਸਖਤ ਗੱਲ ਕਹੀ ਸਤਿਗੁਰੂ ਨੇ ਜੇ ਤੁਸੀਂ ਭੇਖ ਦੀ ਸਿੱਖੀ ਰੱਖਦੇ ਆ ਅੰਧ ਕਾਲ ਕਾਤੀ ਕਟਿਓ ਬਾਸ ਨਰਕ ਮੈਂ ਲੀਨ ਨਰਕਾਂ ਦਾ ਵਾਸਾ ਹੁੰਦਾ ਔਰ ਇਹ ਜਿਹੜੀ ਆਮ ਹੀ ਪਿਰਤ ਬਣ ਗਈ ਹੋਈ ਆ ਬਿਨਾਂ ਜਾਣੇ ਤੋਂ ਇਹ ਹਟਣੀ ਚਾਹੀਦੀ ਔਰ ਗੱਲ ਗੀਤ ਦੇ ਵਿੱਚ ਇਸ ਵਰਣਨ ਕੀਤੀ ਹੈ ਕਲਗੀਧਰ ਪਾਤਸ਼ਾਹ ਨੂੰ ਸੰਬੋਧਨ ਹੁੰਦਿਆਂ ਗੱਲ ਸਾਡੀ ਕੀਤੀ ਆ ਸੋ ਮੈਂ ਨੌਜਵਾਨਾਂ ਨੂੰ ਖਾਸ ਤੌਰ 'ਤੇ ਜੇ ਮੇਰੀ ਆਵਾਜ਼ ਉਹਨਾਂ ਤੱਕ ਪਹੁੰਚਦੀ ਬੇਨਤੀ ਕਰੂੰਗਾ ਕਿ ਆਪਾਂ ਇਹੋ ਜਿਹੇ ਭੇਖ ਵਾਲੀ ਗੱਲ ਨਾ ਕਰਿਆ ਕਰੀਏ ਸਿੱਖੀ ਰੱਖੀਏ ਪੂਰੀ ਸਿੱਖੀ ਰੱਖੀਏ ਕੇਸ ਰੱਖੋ ਦਾੜੀ ਰੱਖੋ ਪਰ ਉਹਨਾਂ ਨੂੰ ਜਿਸ ਰੂਪ 'ਚ ਹੈਗੇ ਬਾਅਦ 'ਚ ਵੀ ਰੱਖੋ ਵਿਆਹ ਤੋਂ ਬਾਅਦ 'ਚ ਵੀ ਰੱਖੋ ਉੱਦਾਂ ਹੀ
ਜੇ ਉਸ ਦਿਨ ਸੋਹਣੇ ਲੱਗਦੇ ਹੋ ਰੱਖ ਕੇ, ਉਸ ਦਿਨ ਦਸਤਾਰ ਨਾਲ ਸੋਹਣੇ ਲੱਗਦੇ ਤਾਂ ਬਾਅਦ 'ਚ ਸੋਹਣੇ ਨਾ ਲੱਗੋਗੇ। ਜੇ ਉਸ ਦਿਨ ਖੂਬਸੂਰਤ ਲੱਗਦੇ ਆ ਤੇ ਬਾਅਦ 'ਚ ਖੂਬਸੂਰਤ ਨਾ ਲੱਗੋਗੇ। ਜੇ ਉਸ ਦਿਨ ਸਤਿਕਾਰ ਲੈਣਾ ਚਾਹੁੰਦੇ ਤਾਂ ਬਾਅਦ 'ਚ ਸਤਿਕਾਰ ਨਹੀਂ ਚਾਹੀਦਾ। ਜੇ ਉਸ ਦਿਨ ਗੁਰੂ ਦੀ ਬਖਸ਼ਿਸ਼ ਚਾਹੀਦੀ ਤਾਂ ਬਾਅਦ 'ਚ ਨਹੀਂ ਚਾਹੀਦੀ। ਸੋ ਬੇਨਤੀ ਇੱਕ ਪ੍ਰਚਾਰਕ ਹੋਣ ਦੇ ਨਾਤੇ ਮੇਰਾ ਇਹ ਕਹਿਣਾ ਫਰਜ਼ ਬਣਦਾ ਆ। ਔਰ ਮੈਂ ਇਹਦੇ ਵਿੱਚੋਂ ਆਪ ਇਸ ਦੁਕਾਨ ਦੇ ਵਿੱਚੋਂ ਗੁਜ਼ਰਾ। ਮੈਂ ਨਵਾਂ ਇੱਥੇ ਆਇਆ ਸੀ ਤੇ ਇੱਕ ਸਾਡੇ ਸੱਜਣਾ ਮਿੱਤਰ ਦੇ ਦਾਇਰੇ 'ਚ ਵਿਆਹ ਸੀਗਾ ਤੇ ਉਹ ਨੌਜਵਾਨ ਵਿਆਹ ਕਰਵਾਉਣ ਲਈ ਗਾ ਉੱਦਾਂ ਹੀ ਦਾੜੀ ਦੂੜੀ ਰੱਖੀ। ਤਾਂ ਮੈਂ ਸਟੇਜ ਤੋਂ ਬੋਲਣਾ ਸੀ ਤੇ ਮੈਂ ਆਪਣੇ ਵੱਲੋਂ ਤਾਂ ਹੁਣ ਚੰਗੀ ਗੱਲ ਹੀ ਕਹਿਣੀ ਹੁੰਦੀ ਆ ਵੀ ਵਿਆਹ ਦਾ ਸਮਾਂ ਆ ਤੇ ਕਿਹਾ ਵੀ ਮੁੰਡਾ ਹੁਣ ਤਾਂ ਸਿੱਖੀ 'ਚ ਆ ਰਿਹਾ ਤੇ ਆਸ ਹੈ ਸਿੱਖੀ 'ਚ ਰਹੂਗਾ। ਪਰ ਜਦੋਂ ਬਾਅਦ 'ਚੋਂ ਦੇਖਿਆ ਵਿਆਹ ਤੋਂ ਬਾਅਦ ਜਦੋਂ ਆਇਆ ਉਹ ਇਹ ਹਾਲ ਵਾਲਾ ਸਮਾਂ ਸੀਗਾ, ਇਹ ਲੜਕੀ ਵਾਲਿਆਂ ਤੋਂ ਸੀ ਗਿਆ ਸੀ, ਜਦੋਂ ਦੇਖਿਆ ਤੇ ਉਹ ਬਿਲਕੁਲ ਸਵਾ ਜੱਟ। ਤੇ ਮੈਂ ਕਿਹਾ ਯਾਰ ਤੂੰ ਤਾਂ 2 ਘੰਟੇ ਵੀ ਨਹੀਂ ਰੱਖ ਸਕਿਆ ਗੁਰੂ ਦੀ ਬਖਸ਼ਿਸ਼ ਨੂੰ, ਗੁਰੂ ਦੀਆਂ ਰਹਿਮਤਾਂ ਨੂੰ ਸੀਸਾਂ ਲੈ ਕੇ 2 ਘੰਟੇ ਨਹੀਂ, ਨਾਲ ਸਾਨੂੰ ਵੀ ਝੂਠੇ ਪਾਇਆ। ਸੋ ਉਸ ਤੋਂ ਬਾਅਦ ਕਦੇ ਵਿਆਹ ਤੇ ਬੋਲਣਾ ਹੁੰਦਾ ਤਾਂ ਪਹਿਲਾਂ ਦੇਖ ਲਈਦਾ ਵੀ ਭਾਈ ਇਹ ਕਿਹੋ ਜਿਹਾ, ਉਨੀ ਗੱਲ ਕਰੋ ਜਿੰਨੀ ਕੁ ਸੱਚ ਦੇ ਨੇੜੇ ਆ। ਪਰ ਸਤਿਗੁਰ ਦੀ ਰਹਿਮਤ ਲੈਣੀ ਹੈ ਤੇ ਸਦਾ ਲਈ ਲਈਏ। ਫਿਰ ਸਤਿਗੁਰ ਦੀ ਰਹਿਮਤ ਲੈਣੀ ਤੋਂ ਉਨੀ ਗੱਲ ਕਰੀਏ। ਅੱਜ ਗੁਰੂ ਕਲਗੀਧਰ ਪਾਤਸ਼ਾਹ ਦਾ ਵਧਾਈਆਂ ਦਾ ਦਿਨ ਹੈ ਔਰ ਇਹ ਵਧਾਈਆਂ ਵਾਲੇ ਦਿਨ ਕਲਗੀਧਰ ਪਾਤਸ਼ਾਹ ਵਾਲੇ ਦਿਨ ਆਪਣੇ ਮਨਾਂ ਅੰਦਰ ਪਰਨ ਕਰ ਲਈਏ। ਕਲਗੀਧਰ ਪਾਤਸ਼ਾਹ ਨੇ ਆਪਣੇ ਪੁੱਤਰ ਵਾਰ ਕੇ ਸਾਨੂੰ ਆਪਣੇ ਪੁੱਤਰ ਬਣਾਇਆ, ਅੱਜ ਪਰਨ ਕਰ ਲਈਏ ਉਹਦੇ ਪੁੱਤਰ ਬਣ ਜਾਈਏ। ਬਸ ਇਹ ਗੱਲ ਧਾਰ ਲਈ ਆਪਣੇ ਮਨਾਂ ਦੇ ਅੰਦਰ, ਇਹ ਜ਼ਰੂਰੀ ਆ। ਮੈਂ ਬੇਸ਼ੱਕ ਵਧਾਈਆਂ ਵਾਲੀ ਗੱਲ ਸੀਗੀ ਪਰ ਵਿੱਚੋਂ ਜਦੋਂ ਗੱਲ ਆਉਂਦੀ ਹੈ ਜੇ ਨਾ ਕਰੀਏ ਅੰਦਰਲਾ ਦੁਖਾਂਤ ਨਾ ਸਾਂਝਾ ਕਰੀਏ ਤੇ ਕਿੱਥੇ ਕਰੀਏ। ਕਿ ਇੱਦਾਂ ਚੱਲਦਾ ਰਹੂਗਾ ਕਿ ਇੱਕ ਪੀੜ੍ਹੀ ਤਾਂ ਖੁੱਲੀਆਂ ਦਾੜੀਆਂ ਵਾਲੀ ਹੈ ਪਰਿਵਾਰਾਂ ਦੀ, ਦੂਜੀ ਪੀੜ੍ਹੀ ਉਹਦੀ ਦਾੜੀਆਂ ਕੱਟਣੀਆਂ ਸ਼ੁਰੂ ਕਰ ਦਿੰਦੀ ਆ, ਤੀਜੀ ਪੀੜ੍ਹੀ ਫਿਰ ਸਫਾ ਛੱਟ ਹੋ ਜਾਂਦੀ ਆ। ਤੇ ਜੇ ਇੱਦਾਂ ਹੀ ਸਾਰੇ ਪਰਿਵਾਰਾਂ 'ਚ ਇੱਦਾਂ ਹੀ ਚੱਲਦਾ ਰਿਹਾ ਤੇ ਸਿੱਖੀ ਕਿੱਥੇ ਰਹਿ ਜੂਗੀ ਅੱਜ ਤੋਂ 30 ਸਾਲ ਬਾਅਦ 'ਚ, ਅੱਜ ਤੋਂ 40 ਸਾਲ ਬਾਅਦ 'ਚ ਸਿੱਖੀ ਕਿੱਥੇ ਰਹਿ ਜੂਗੀ। ਆਮ ਤੌਰ 'ਤੇ ਇੱਦਾਂ ਚੱਲ ਰਿਹਾ ਹੈਗਾ। ਬਹੁਤੇ ਪਰਿਵਾਰਾਂ ਦਾ ਹਾਲ ਇਹ ਹੈ। ਅਸੀਂ ਉਹਦਾ ਹਿੱਸਾ ਹੀ ਹਾਂ ਸਾਰੇ ਕਿ ਬਾਪ ਜਿਹੜੇ ਬਜ਼ੁਰਗ ਨੇ ਉਹ ਖੁੱਲੀਆਂ ਦਾੜੀਆਂ ਵਾਲੇ ਤੇ ਜਿਹੜਾ ਅਫਗਾਨ ਮੁੰਡਾ ਉਹ ਦਾੜੀ ਕੱਟ ਕੇ ਰੱਖਦਾ ਤੇ ਜਿਹੜਾ ਪੋਤਾ ਜਦੋਂ ਆ ਜਾਂਦਾ ਜਦੋਂ ਤੀਜੀ ਪੀੜ੍ਹੀ ਆਉਂਦੀ ਉਹ ਸਫਾ ਚੱਟ ਹੋ ਜਾਂਦੀ ਆ। ਇਹ ਦੁਖਾਂਤ ਹੈ ਸਾਡਾ ਸਾਰਿਆਂ ਦਾ। ਸੰਭਾਲੀਏ ਆਪਣੇ ਆਪ ਨੂੰ ਸਾਰੇ ਜਿਹੜੇ। ਮੈਂ ਉਸ ਦੁਕਾਨ 'ਚੋਂ ਗੱਲ ਕਰ ਰਿਹਾ ਕਲਗੀਧਰ ਪਾਤਸ਼ਾਹ ਦੇ ਪ੍ਰਕਾਸ਼ਪੁਰ ਵਾਲੇ ਦਿਨ ਗੱਲ ਕਰ ਰਿਹਾ ਕਿ ਉਹ ਕਲਗੀਧਰ ਪਾਤਸ਼ਾਹ ਜਿਹੜਾ ਪਰਮਾਤਮਾ ਦਾ ਹੂ ਬਹੂ ਰੂਪ ਦੁਨੀਆਂ ਸ਼ਕਤੀਆਂ ਦਾ ਮਾਲਕ ਔਰ ਜਿਹਨੇ ਆਪਣੇ ਪੁੱਤਰ ਵਾਰ ਕੇ ਸਾਨੂੰ ਆਪਣਾ ਇਨ ਪੁੱਤਰ ਕੇ ਸੀਸ ਪਰ ਵਾਰ ਦਿਏ ਸਤਚਾਰ ਚਾਰ ਮੂਹੇ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ। ਉਹ ਕਲਗੀਧਰ ਪਾਤਸ਼ਾਹ, ਉਹਦੀ ਬਖਸ਼ਿਸ਼ ਲੈਣੀ ਆਪਾਂ, ਉਹਦੇ ਪੁੱਤਰ ਬਣ ਕੇ ਰਹਿਣਾ ਹੈ। ਉਹਦੇ ਪੁੱਤਰ ਬਣਾਂਗੇ ਤੇ ਬਖਸ਼ਿਸ਼ ਬਣੂਗੀ। ਮੈਂ ਗੱਲ ਕਰਨੀ ਕਲਗੀਧਰ ਪਾਤਸ਼ਾਹ ਦੀ ਸਮਰੱਥਾ ਦੀ ਵੀ, ਆਪਾਂ ਇੱਦਾਂ ਗੱਲ ਕਰਦੇ ਰਹਿਣਾ। ਪਰ ਮੈਂ ਚਾਹੁੰਦਾ ਬਾਜਾਂ ਵਾਲੇ ਮਾਝਾ ਮੇਰਾ ਖਿਆਲ ਤੁਹਾਡਾ ਬੜਾ ਪਿਆਰ ਨਾਲ ਗਾਉਂਦੇ ਹੁੰਦੇ ਹੋ। ਅੱਜ ਕਾਵਿਕ ਤੌਰ ਦੇ ਉੱਤੇ ਸਤਿਗੁਰੂ ਜੀ ਦੀ ਆਮਦ ਨੂੰ ਜਿਆ ਆਖਣ ਵਾਲੀ ਗੱਲ ਹੈ, ਵਧਾਈਆਂ ਦੇਣ ਵਾਲੀ ਗੱਲ ਹੈ। ਬਾਜਾਂ ਵਾਲਾ ਮਾਝਾ ਮੇਰਾ ਜੀ, ਬਾਜਾਂ ਵਾਲੇ ਮਾਝੇ ਤੋਂ ਪਹਿਲਾਂ ਮੈਂ ਇੱਕ ਉਹਦੇ ਵਿੱਚ ਤੁਸੀਂ ਲਿਖਿਆ ਉਹ 27 ਅੰਤਰਾ ਉਹਦਾ ਬਹੁਤ ਵਧੀਆ ਲੱਗਦਾ। ਤੇਰੇ ਦਰ ਉੱਤੇ ਆ ਕੇ ਸਾਡਾ ਬਸਿਆ ਜਹਾਨ ਹੈ, ਤੇਰੇ ਚਰਨ ਨਾਲ ਜੁੜ ਸਾਡੀ ਉੱਚੀ ਹੋਈ ਸ਼ਾਨ ਹੈ। ਕਲਗੀਧਰ ਨੇ ਕਿਰਪਾ ਕੀਤੀ ਹੈ। ਉਹ ਗੀਤ ਉਹ ਕਵਿਤਾ ਲਿਖੀ ਹੈ ਜੀ, ਤੁਹਾਡੀ ਕਵਿਤਾ ਮੈਂ ਬਹੁਤ ਗਾਉਣਾ ਸਟੇਜਾਂ ਤੇ ਜੀ। ਬਾਜਾਂ ਵਾਲਿਆਂ ਬੇ ਮਾਇਆ ਇੱਕ ਕਰ ਉਪਕਾਰ, ਅਸੀਂ ਦਰ ਤੇਰੇ ਆਏ ਸਾਨੂੰ ਦੇ ਜਾ ਤੂੰ ਦੀਦਾਰ। ਬਾਜਾਂ ਵਾਲਿਆਂ ਬੇ ਸਾਈਆਂ ਇੱਕ ਕਰੀ ਉਪਕਾਰ, ਅਸੀਂ ਦਰ ਤੇਰੇ ਆਏ ਸਾਨੂੰ ਦੇ ਜਾ ਤੂੰ ਦੀਦਾਰ। ਹੋ ਤੇਰਾ ਚਿਹਰਾ ਨੂਰੋ ਨੂਰ, ਹੋ ਮਾਤਾ ਗੁਜਰੀ ਦਾ ਚੰਨ ਵੇ। ਆਨੰਦਪੁਰ ਵਿੱਚ ਹੋ ਦਾਤਾ ਕੀਤੀ ਧੰਨ ਧੰਨ ਵੇ। ਆਨੰਦਪੁਰ ਵਿੱਚ ਦਾਤਾ ਕੀਤੀ ਧੰਨ ਧੰਨ ਵੇ। ਉਹ ਪੰਥ ਖਾਲਸਾ ਸਜਾ ਕੇ ਹੋ, ਖਾਲਸਾ ਸਜਾ ਕੇ ਹੋ ਦਿੱਤਾ ਦੁਨੀਆ ਨੂੰ ਤਾਰ ਵੇ। ਬਾਜਾਂ ਵਾਲੇ ਆਵੇ ਮਾਇਆ ਇੱਕ ਕਰ ਉਪਕਾਰ, ਉਹ ਤੇਰੇ ਦਰ ਉੱਤੇ ਆਏ ਸਾਨੂੰ ਦੇ ਜਾ ਤੂੰ ਦੀਦਾਰ ਵੇ। ਹੋ ਤੇਰੇ ਦਰ ਉੱਤੇ ਆ ਕੇ ਉਹ ਸਾਡਾ ਵਸਿਆ ਜਹਾਨ ਏ। ਉਹ ਤੇਰੇ ਚਰਨਾਂ ਨਾਲ ਜੁੜ ਉਹ ਸਾਡੀ ਉੱਚੀ ਹੋਈ ਸ਼ਾਨ ਏ। ਉਹ ਤੇਰੇ ਚਰਨਾਂ ਨਾਲ ਜੁੜ ਉਹ ਸਾਡੀ ਉੱਚੀ ਹੋਈ ਸ਼ਾਨ ਵੇ। ਉਹ ਸਾਡਾ ਰੱਬ ਸੋਹਣਾ ਤੂੰ ਵੇ, ਸਾਡਾ ਰੱਬ ਸੋਹਣਾ ਹੋ ਤੂੰ ਗੁਰੂ ਅਵਤਾਰ। ਮੇਰੇ ਬਾਜਾਂ ਵਾਲਿਆ ਵੇ ਮਾਇਆ ਇੱਕ ਕਰ ਉਪਕਾਰ, ਅਸੀਂ ਦਰ ਤੇਰੇ ਆਏ ਸਾਨੂੰ ਦੇ ਜਾ ਤੂੰ ਦੀਦਾਰ। ਬਾਜਾਂ ਵਾਲਿਆ ਵੇ ਮਾਇਆ
ਇੱਕ ਕਰ ਉਪਕਾਰ ਵੇ ਲਿਖ ਲਿਖ ਗੀਤ ਗਾਵੇ ਹੋ ਅੱਜ ਰਾਣਾ ਤੇਰੇ ਪਿਆਰ ਦੇ ਉਹ ਚਰਨਾਂ 'ਚ ਰੱਖੀ ਉਹ ਸਾਨੂੰ ਆਪਣਾ ਪਿਆਰ ਦੇ ਲਿਖ ਲਿਖ ਗੀਤ ਗਾਵੇ ਅੱਜ ਰਾਣਾ ਤੇਰੇ ਪਿਆਰ ਦੇ ਉਹ ਚਰਨਾਂ 'ਚ ਰੱਖੀ ਦਾਤਾ ਸਾਨੂੰ ਆਪਣਾ ਪਿਆਰ ਦੇ ਉਹ ਭਾਵੇਂ ਦੁਨੀਆ ਵਿਸਾਰੇ ਸਾਰੀ ਭਾਵੇਂ ਦੁਨੀਆ ਵਿਸਾਰੇ ਤੂੰ ਤਾਂ ਪਲ ਨਾ ਵਿਸਾਰ ਬਾਜਾਂ ਵਾਲਿਆ ਵੇ ਦਾਤਾ ਇੱਕ ਕਰੀ ਉਪਕਾਰ ਅਸੀਂ ਦਰ ਤੇਰੇ ਆਏ ਅਸੀਂ ਪਟਣੇ 'ਚ ਆਏ ਸਾਨੂੰ ਦੇ ਜਾ ਤੂੰ ਦੀਦਾਰ ਅਸੀਂ ਪਟਣੇ 'ਚ ਆਏ ਸਾਨੂੰ ਦੇ ਜਾ ਤੂੰ ਦੀਦਾਰ ਕਿਰਪਾ ਜੀ ਤੁਹਾਡੀ ਬਹੁਤ ਖੂਬ ਬਹੁਤ ਖੂਬ ਬਹੁਤ ਪਿਆਰੀ ਆਵਾਜ਼ ਦੇ ਵਿੱਚ ਤੁਸੀਂ ਗਾਇਆ ਕੋਈ ਗੱਲ ਕਰਨੀ ਚਾਹੁੰਦੇ ਸੀ ਨਹੀਂ ਧੰਨਵਾਦ ਹਾਂਜੀ ਧੰਨਵਾਦ ਅੱਛਾ ਖਾਸ ਤੌਰ ਤੇ ਮੈਂ ਇੱਥੇ ਜਿਹੜੀ ਕਲਗੀਧਰ ਦੀ ਸਮਰੱਥਾ ਬਾਰੇ ਗੱਲ ਕਹਿਣੀ ਚਾਹੁੰਦਾ ਜਿਹੜੀ ਮੈਂ ਆਰੰਭ ਦੇ ਵਿੱਚ ਹੀ ਕਹੀ ਸੀ ਆਪਾਂ ਗੱਲ ਕਰਾਂਗੇ ਕਲਗੀਧਰ ਪਾਤਸ਼ਾਹ ਇੱਕੋ ਇੱਕ ਐਸੇ ਪੈਗੰਬਰ ਨੇ ਇੱਕੋ ਇੱਕ ਐਸੋ ਜਿਹਾ ਗੁਰੂ ਨੇ ਇੱਕੋ ਇੱਕ ਐਸੇ ਜਿਹਾ ਰੱਬੀ ਰੂਪ ਅਵਤਾਰ ਨੇ ਕਿ ਜਿਨ੍ਹਾਂ ਨੇ ਜੇ ਕਿਰਪਾਨ ਦੀ ਗੱਲ ਕੀਤੀ ਤੇ ਉਹ ਵੀ ਸਿਖਰ ਦੀ ਗੱਲ ਤੇ ਜਦੋਂ ਕਲਮ ਦੀ ਗੱਲ ਕੀਤੀ ਉਹ ਵੀ ਸਿਖਰ ਦੀ ਗੱਲ 42 ਸਾਲ ਦੀ ਛੋਟੀ ਜਿਹੀ ਉਮਰ ਦੁਨੀਆ ਦੇ ਨਿਗਾਹ ਦੇ ਹਿਸਾਬ ਨਾਲ ਛੋਟੀ ਜਿਹੀ ਹਯਾਤੀ ਪਰ 42 ਸਾਲ 'ਚ ਉਹਨਾਂ ਨੂੰ ਕੀਤੇ ਹੋਏ ਜੰਗ ਜਦੋਂ ਦੇਖੀ ਤੇ ਇੱਦਾਂ ਲੱਗਦਾ ਕਿ ਸਾਰੀ ਉਮਰ ਉਹਨਾਂ ਨੇ ਆਪਣੀ ਮਿਆਨ ਦੇ ਵਿੱਚ ਕਿਰਪਾਨ ਨਹੀਂ ਪਾਈ ਪਰ ਜੇ ਕਿਤੇ ਉਹਨਾਂ ਦਾ ਲਿਖਿਆ ਹੋਇਆ ਪੜ੍ਹੀਏ ਉਹਦੀ ਉੱਚੀ ਦ੍ਰਿਸ਼ਟੀ ਦੇ ਨਾਲ ਜੁੜ ਜਾਈਏ ਜਾਪ ਸਾਹਿਬ ਇਕੱਲੇ ਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਨੂੰ 1200 ਨਾਵਾਂ ਦੇ ਨਾਲ ਯਾਦ ਕੀਤਾ ਗਿਆ ਦੁਨੀਆ 'ਚ ਕੋਈ ਰਚਨਾ ਇਹੋ ਜਿਹੀ ਨਹੀਂ ਮਿਲਦੀ ਇੱਕ ਰਚਨਾ ਦੇ ਵਿੱਚ ਪ੍ਰਮਾਤਮਾ ਨੂੰ ਇੰਨੇ ਨਾਵਾਂ ਨਾਲ ਯਾਦ ਕੀਤਾ ਗਿਆ ਹੋਵੇ ਤੇ ਉਹਦੀ ਰਿਦਮ ਉਹਦੀ ਲੈ ਉਹਦੀ ਸੁਰ ਸੁੱਤੀਆਂ ਸ਼ਕਤੀਆਂ ਜਗਾਉਣ ਵਾਲੀ ਭੁਜੰਗ ਪ੍ਰਯਾਸ ਛੰਦ ਗੱਤਕੇ ਦਾ ਛੰਦ ਕਿ ਜਿੱਦਾਂ ਸੱਪ ਜਾਂਦਾ ਮੇਲ ਦਾ ਉਦਾਂ ਗੱਤਕੇ ਜਾਣਾ ਗੱਤਕੇ ਦੀ ਚਾਲ ਦਾ ਉਹ ਛੰਦ ਆ ਗੱਤਕਾ ਖੇਡਦੇ ਹੁੰਦੇ ਸਨ ਸਿੰਘ ਜਾਪ ਸਾਹਿਬ ਦੇ ਨਾਲ ਜਾਪ ਸਾਹਿਬ ਅਕਾਲ ਉਸਤਤ ਜਫਰਨਾਮਾ ਉਹਨਾਂ ਦੀ ਕਲਮ ਤੇ ਜਿਹੋ ਜਿਹੀਆਂ ਰਚਨਾਵਾਂ ਉਹਨਾਂ ਨੇ ਕਰ ਦਿੱਤੀਆਂ ਕਲਮ ਦੇ ਨਾਲ ਇੱਦਾਂ ਲੱਗਦਾ ਕਿ ਸਾਰੀ ਉਮਰ 42 ਸਾਲ ਉਹਨਾਂ ਨੇ ਕਲਮ ਜਿਹੜੀ ਉਹ ਰੁਕਣ ਨਹੀਂ ਦਿੱਤੀ ਕਲਮ ਤੇ ਕਿਰਪਾਨ ਦੋਵਾਂ ਦੇ ਸਿਖਰਲੇ ਪੈਗੰਬਰ ਇੱਕੋ ਇੱਕ ਉਹਨਾਂ ਦਾ ਮੁਕਾਬਲਾ ਕੋਈ ਨਹੀਂ ਕਰਦਾ ਦੋਨਾਂ ਦੇ ਵਿੱਚ ਹੀ ਔਰ ਕਿਰਪਾਨ ਦੀ ਸ਼ਕਤੀ ਇੰਨੀ ਹੈ ਉਹਨਾਂ ਦੇ ਕੋਲ ਕਿ ਜੇ ਕੋਈ ਵੱਡੇ ਤੋਂ ਵੱਡਾ ਜਰਨੈਲ ਉਹਨਾਂ ਨਾਲ ਕਿਰਪਾਨ ਲੈ ਕੇ ਆ ਗਿਆ ਨਾ ਤੇ ਉਹਨਾਂ ਨੂੰ ਉਹਦੀ ਕਿਰਪਾਨ ਸਟਵਾਤੀ ਤੇ ਉਹਨੂੰ ਕਲਮ ਫੜਵਾਤੀ ਕਿ ਕਿਰਪਾਨ ਦਾ ਹੰਕਾਰ ਕੀਤਾ ਕਿਸੇ ਨੇ ਮੈਂ ਉਦਾਹਰਨ ਦੇ ਦੇਵਾਂ ਬੇਸ਼ੱਕ ਔਰੰਗਜ਼ੇਬ ਦਾ ਜਰਨੈਲ ਸੀ 50,000 ਹੀ ਜਰਨੈਲ ਸੀ 50,000 ਫੌਜਾਂ ਦਾ ਮਾਲਕ ਸੈਦ ਖਾਂ ਆ ਗਿਆ ਔਰੰਗਜ਼ੇਬ ਦੇ ਕੋਲੋਂ ਬੀੜਾ ਚੱਕ ਕੇ ਕਿ ਮੈਂ ਗੁਰੂ ਗੋਬਿੰਦ ਸਿੰਘ ਨੂੰ ਜਿੰਦਾ ਫੜ ਕੇ ਲੈ ਕੇ ਆਵਾਂਗਾ ਅਨੰਦਪੁਰ ਨੂੰ ਤਬਾਹ ਕਰ ਦਿਆਂਗਾ ਜਾ ਕੇ 50,000 ਫੌਜਾਂ ਲੈ ਕੇ ਆਇਆ 50,000 ਫੌਜਾਂ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੁੰਦੀ ਆ ਪਰ ਆਉਂਦਾ ਪੀਰ ਬੁੱਧੂ ਸ਼ਾਹ ਦੀ ਘਰ ਵਾਲੀ ਨਸੀਦਾ ਉਹਦੀ ਭੈਣ ਸੀ ਆਪਣੀ ਭੈਣ ਨੂੰ ਮਿਲਣ ਚਲੇ ਗਿਆ ਭੈਣ ਨੂੰ ਮਿਲਣ ਗਿਆ ਤੇ ਭੈਣ ਕਹਿੰਦੀ ਭਰਾ ਤੂੰ ਬੜਾ ਖੁਸ਼ ਹੈ ਭੈਣ ਨੂੰ ਚਾਹ ਚੜਿਆ ਭਰਾ ਆਇਆ ਹੈ ਵੱਡਾ ਜਰਨੈਲ ਭਰਾ ਹੈ ਭਰਾ ਤੂੰ ਅੱਜ ਬੜਾ ਖੁਸ਼ ਹੈ ਕਹਿੰਦਾ ਤੇਰੇ ਭਰਾ ਦੇ ਨਾਂ ਦੇ ਡੰਕੇ ਮੱਕੇ ਤੱਕ ਵੱਜਣ ਵਾਲੇ ਆ ਇੱਕ ਦਿਨ ਦੀ ਵਿੱਚੋਂ ਗੱਲ ਰਹਿ ਗਈ ਕਹਿੰਦੀ ਕੀ ਕਰੇਗਾ ਇਹੋ ਜਿਹਾ ਇੱਕ ਦਿਨ 'ਚ ਕਹਿੰਦਾ ਆਨੰਦਪੁਰ ਚੱਲਿਆ 50,000 ਫੌਜਾਂ ਲੈ ਕੇ ਆਇਆ ਸ਼ਾਹੀ ਫੌਜਾਂ ਲੈ ਕੇ ਆਇਆ ਉਹ ਫੌਜਾਂ ਜਿਹੜੀਆਂ ਕੱਲਾ ਸਿਪਾਹੀ ਕਮਾਂਡੋ ਵਰਗਾ ਆਨੰਦਪੁਰ ਨੂੰ ਜਾ ਕੇ ਘੇਰ ਲੈਣਾ ਤੇ ਇੱਕ ਦਿਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਮੁਸ਼ਕਾਂ ਬੰਨ੍ਹ ਕੇ ਦਿੱਲੀ ਲੈ ਜਾਣਾ ਤੇ ਜਿਹਨੂੰ ਅੱਜ ਤੱਕ ਕੋਈ ਨਹੀਂ ਉਹਦੇ ਸਾਹਮਣੇ ਖੜਾ ਹੋ ਸਕਿਆ ਉਹਨੂੰ ਜਦੋਂ ਲੈ ਕੇ ਜਾਵਾਂਗਾ ਨਾ ਤੇ ਮੇਰੇ ਨਾਂ ਦੇ ਡੰਕੇ ਮੱਕੇ ਤੱਕ ਵੱਜਣਗੇ ਜਿੱਥੇ ਤੱਕ ਮੁਗਲਾਂ ਦੀ ਗੱਲ ਚੱਲਦੀ ਆ ਉਹ ਕਹਿੰਦੀ ਤੂੰ ਗੁਰੂ ਗੋਬਿੰਦ ਸਿੰਘ ਨੂੰ ਜਾਣਦਾ ਨਹੀਂ ਨਸੀਰਾ ਕਹਿੰਦੀ ਮੈਂ ਗੁਰੂ ਗੋਬਿੰਦ ਸਿੰਘ ਦੇ ਉੱਤੋਂ ਗੁਰੂ ਗੋਬਿੰਦ ਸਿੰਘ ਦੇ ਪਿਆਰ ਦੇ ਉੱਤੋਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੋਂ ਸਦਕੇ ਆਪਣੇ ਪੁੱਤਰ ਕੀਤੇ ਕੁਰਬਾਨ ਕੀਤੇ ਆ ਆਪਣੇ ਭਣੋਈਏ ਨੂੰ ਪੀਰ ਬੁੱਧੂ ਸ਼ਾਹ ਨੂੰ ਪੁੱਛ ਕੇ ਦੇਖ ਗੁਰੂ ਗੋਬਿੰਦ ਸਿੰਘ ਕੀ ਆ ਰੱਬ ਖੁਦਾ ਦਾ ਰੂਪ ਆ ਤੂੰ ਕਹਿੰਦਾ ਬੰਨਣਾ ਤੇ ਤੂੰ ਉਹਦੇ ਮੂਹਰੇ ਖੜੇ ਨਹੀਂ ਹੋਣਾ ਪਰ ਕਿੱਥੇ ਹੰਕਾਰ 50,000 ਫੌਜਾਂ ਦਾ ਜਰਨੈਲ ਤੇ ਜਰਨੈਲੀ ਦਾ ਹੰਕਾਰ ਤੇ ਹੰਕਾਰ ਦੇ ਵਿੱਚ ਭੈਣ ਦੀ ਨਸੀਹਤ ਨਹੀਂ ਸੁਣੀ ਤੇ ਆਨੰਦਪੁਰ ਆ ਗਿਆ ਘੇਰਾ ਪਾਉਣ ਦੇ ਲਈ ਉਧਰੋਂ ਭੈਣ ਸਜਦੇ ਚਲ ਗਈ ਫਜਰ ਦੀ ਨਮਾਜ਼ ਕੀਤੀ ਅਰਦਾਸ ਕੀਤੀ ਸਤਿਗੁਰੂ ਜੀ ਕਲਗੀਧਰ ਪਾਤਸ਼ਾਹ ਮੈਨੂੰ ਪਤਾ ਤੁਸੀਂ ਖੁਦਾ ਦਾ ਰੂਪ ਹੋ ਮੈਨੂੰ ਪਤਾ ਮੇਰੇ ਭਰਾ ਦਾ ਸਿਰ ਹੰਕਾਰ ਨਾਲ ਅੜਿਆ ਪਿਆ ਉਹ 'ਚ ਕਿੱਲਾ ਅੜਿਆ ਪਿਆ ਪਰ ਬੇਨਤੀ ਹੈ ਮੇਰੇ ਭਰਾ ਦਾ ਸਿਰ ਨਾ ਵੱਢਿਆ ਜੀ
ਮਾਰੇ ਹੋਣਾ ਮੇਰੇ ਭਰਾ ਨੂੰ, ਭਰਾ ਮੇਰਾ ਮੈਂ ਤੁਹਾਡੇ ਤੋਂ ਪੁੱਤਰ ਕੁਰਬਾਨ ਕੀਤੇ ਆ। ਮੇਰੀ ਬੇਨਤੀ ਜੋਦੜੀ ਆ, ਤੇ ਉਹਨੇ ਜੋਦੜੀ ਕੀਤੀ, ਫਜਰ ਦੀ ਨਮਾਜ਼ ਦੇ ਸਤਿਗੁਰੂ ਦੇ ਚਰਨਾਂ 'ਚ ਪਹੁੰਚ ਗਈ। ਤੇ ਸਤਿਗੁਰੂ ਫਿਰ ਜਦੋਂ ਘੇਰਾ ਪਾ ਕੇ ਬੈਠੇ, ਉਹਨਾਂ ਨੇ ਫਿਰ ਆਪਣਾ ਘੋੜਾ ਉੱਥੋਂ ਸਤਿਗੁਰੂ ਨੇ ਅੰਮ੍ਰਿਤ ਵੇਲੇ ਹੀ ਆਸਾ ਦੀ ਵਾਰ ਦੇ ਤੋਂ ਬਾਅਦ ਨਿਤਨੇਮ ਕਰਕੇ ਘੋੜਾ ਕੱਢਿਆ, ਆਨੰਦਪੁਰ ਤੋਂ ਤੇ ਲਿਆ ਕੇ ਸੈਦ ਖਾਂ ਜਦੋਂ ਆਪ ਨਮਾਜ਼ ਕਰਦਾ, ਜਦੋਂ ਨਮਾਜ਼ ਸੈਦ ਖਾਂ ਦੀ ਪੂਰੀ ਹੋਈ ਤੇ ਮੋਹਰੇ ਕਲਗੀਧਰ ਪਾਤਸ਼ਾਹ ਘੋੜੇ ਦੇ ਉੱਤੇ ਖੜੇ ਨੇ, ਹੱਥ 'ਚ ਲਿਸ਼ਕਦੀ ਤਲਵਾਰ ਹੈ, ਹੱਥ 'ਚ ਲਿਸ਼ਕਦੀ ਕਿਰਪਾਨ ਹੈ। ਕਹਿੰਦੇ ਸੈਦ ਖਾਂ ਸਜਦੇ ਤੋਂ ਜਦੋਂ ਉੱਠਿਆ, ਸਿਰ ਤਾਂ ਚੱਕਿਆ, ਮੋਹਰੇ ਲਿਸ਼ਕਦੀ ਕਿਰਪਾਨ ਤੇ ਗੁਰੂ ਗੋਬਿੰਦ ਸਿੰਘ ਕੰਬ ਗਿਆ ਕਿ ਸਿਰ ਚੱਕਿਆ ਨਹੀਂ ਤੇ ਸਿਰ ਕੱਟਿਆ ਨਹੀਂ। ਤੇ ਕਲਗੀਧਰ ਪਾਤਸ਼ਾਹ ਕਹਿੰਦੇ ਨਹੀਂ, ਤੇਰਾ ਸਿਰ ਵੱਢਣਾ ਨਹੀਂ। ਤੇਰੀ ਭੈਣ ਦੀਆਂ ਅਰਦਾਸਾਂ ਪਹੁੰਚ ਗਈਆਂ, ਜੋਦੜੀਆਂ ਪਹੁੰਚ ਗਈਆਂ, ਕਿਰਪਾਨ ਕੱਢ, ਤੂੰ ਆਪਣੀ ਤਲਵਾਰ ਕੱਢ, ਤੇਰੀ ਤਲਵਾਰ ਦਾ ਜ਼ੋਰ ਵੇਖਣਾ ਹੈ। ਕੰਬਦੇ ਹੱਥਾਂ ਨਾਲ ਤਲਵਾਰ ਕੱਢੀ ਆਪਣੀ ਉਹਨੇ। ਸਤਿਗੁਰੂ ਨੇ ਹੁਣ ਵਾਰ ਵੀ ਪਹਿਲਾਂ ਤੂੰ ਕਰ ਲਾ, ਤੇਰੀ ਤਲਵਾਰ ਦਾ ਜ਼ੋਰ ਵੇਖ ਲਈਏ। ਉਹਨੇ ਵਾਰ ਕੀਤਾ, ਸਤਿਗੁਰੂ ਨੇ ਢਾਲ ਦੇ ਉੱਤੇ ਡੱਕ ਲਿਆ। ਸਤਿਗੁਰੂ ਕਹਿੰਦਾ ਨਹੀਂ, ਇੱਕ ਹੋਰ ਕਰ ਲਾ। ਉਹਨੇ ਦੂਜਾ ਕੀਤਾ। ਸਤਿਗੁਰੂ ਕਹਿੰਦੇ ਹੁਣ ਤੀਜਾ ਵੀ ਕਰ ਲਾ ਜੇ ਕਰਨਾ ਹੈ। ਪਰ ਕੰਬਦੇ ਹੱਥਾਂ ਨਾਲ ਵਾਰ ਕਿੱਥੇ ਹੋਵੇ, ਤਲਵਾਰ ਦਾ ਸਾਰਾ ਹੰਕਾਰ ਜਾਂਦਾ ਲੱਗਾ। ਸਤਿਗੁਰੂ ਦੀਆਂ ਅੱਖਾਂ 'ਚ ਅੱਖਾਂ ਪੈ ਗਈਆਂ, ਦੇਖੀਆਂ ਜੰਗ ਦਾ ਜਦੋਂ ਨਿਸ਼ਾਨਾ ਖਿੱਚਣਾ, ਅੱਖਾਂ 'ਚ ਅੱਖਾਂ ਪਾਉਣੀਆਂ ਹੁੰਦੀਆਂ ਨੇ, ਦਿਖਣੀ ਹੁੰਦੀ ਪੈਂਤੜੀ। ਤੇ ਜਦੋਂ ਪੈਂਤੜਾ ਦੇਖਣ ਦੇ ਲਈ ਉਹਨੇ ਅੱਖਾਂ 'ਚ ਅੱਖਾਂ ਪਾਈਆਂ ਤੇ ਸਤਿਗੁਰੂ ਨੇ ਨਜ਼ਰ ਨਿਹਾਲ ਕਰਤਾ। ਉਹਨੇ ਆਪਣੀ ਤਲਵਾਰ ਸਿਰ ਤੇ ਸਤਿਗੁਰੂ ਦੀ ਚਰਨਾਂ ਤੇ ਡਿੱਗ ਪਿਆ। ਕਹਿੰਦਾ ਸਤਿਗੁਰੂ ਜੀ ਭੁੱਲ ਹੋ ਗਈ। ਭੈਣ ਨੇ ਆਖਿਆ ਤੁਸੀਂ ਖੁਦਾ ਦੇ ਰੂਪ ਹੋ। ਹੁਣ ਮੈਂ ਦੇਖ ਲਿਆ ਆਪਣੀਆਂ ਅੱਖਾਂ ਨਾਲ ਖੁਦਾ ਦੇ ਰੂਪ ਹੋ, ਹੁਕਮ ਕਰੋ ਕੀ ਕਰਾਂ। ਸਤਿਗੁਰੂ ਕਹਿੰਦੇ ਹੁਣ ਤਲਵਾਰ ਦਾ ਹੰਕਾਰ ਸੀ, ਤਲਵਾਰ ਸੁੱਟ ਦਿੱਤੀ ਹੈ, ਇਹਨੂੰ ਡਿੱਗੀ ਰਹਿਣ ਦੀ, ਦੁਬਾਰਾ ਚੱਕੀ ਨਾ, ਹੁਣ ਮਾਲਾ ਫੜ ਲਾ। ਸਤਿਗੁਰੂ ਨੇ ਆਪਣੇ ਕੋਲ ਮਾਲਾ ਦਿੱਤੀ, ਜਾਂ ਖੁਦਾ ਦਾ ਨਾਮ ਜਪ। ਮਾਰਿਆ ਨਹੀਂ, ਪਰ ਹੰਕਾਰ ਦਾ ਸਿਰ ਲਾਤਾ। ਜਿਹੜਾ ਤਲਵਾਰ ਦਾ ਹੰਕਾਰ ਕਰਕੇ ਸਤਿਗੁਰੂ ਆਇਆ, ਸਤਿਗੁਰੂ ਨੇ ਉਹਦੀ ਤਲਵਾਰ ਖੋਲ੍ਹੀ, ਉਹਨੂੰ ਮਾਲਾ ਫੜਾ ਦਿੱਤੀ। ਤੇ ਪਰ ਜੇ ਕਿਸੇ ਨੇ ਮਾਲਾ ਦਾ ਹੰਕਾਰ ਕੀਤਾ, ਭਗਤੀ ਦਾ ਹੰਕਾਰ ਕੀਤਾ, ਮਾਧੋ ਦਾਸ ਬੈਰਾਗੀ ਮਾਲਾ ਦਾ ਹੰਕਾਰ ਸੀ, ਰਿੱਧੀਆਂ ਸਿੱਧੀਆਂ ਦਾ ਹੰਕਾਰ ਸੀ, ਪਲੰਗ ਤੇ ਬਿਠਾ ਕੇ ਡਿੱਗ ਦਿੰਦਾ ਹੁੰਦਾ ਸੀ। ਉਹਦੇ ਕੋਲ ਮਾਲਾ ਦੀ ਤਾਕਤ ਸੀ, ਉਹਨੂੰ ਮਾਲਾ ਦੀ ਤਾਕਤ ਦਾ ਹੰਕਾਰ ਸੀ। ਸਤਿਗੁਰੂ ਨੇ ਉਹਦੇ ਕੋਲ ਮਾਲਾ ਖੋਲ੍ਹੀ ਤੇ ਉਹਨੂੰ ਕਿਰਪਾਨ ਫੜਾਤੀ। ਦੁਨੀਆ 'ਚ ਇਹੋ ਜਿਹਾ ਕੋਈ ਪੈਗੰਬਰ ਨਹੀਂ, ਜੇ ਕਿਸੇ ਨੇ ਮਾਲਾ ਦਾ ਹੰਕਾਰ ਕੀਤਾ ਹੋਵੇ, ਉਹਦੇ ਕੋਲ ਮਾਲਾ ਖੋਲ੍ਹੀ, ਉਹਨੂੰ ਕਿਰਪਾਨ ਫੜਾ ਦਿੱਤੀ ਕਿ ਕਿਰਪਾਨ ਨਾਲ ਵੀ ਭਗਤੀ ਹੋ ਸਕਦੀ ਹੈ। ਤੇ ਜੇ ਕਿਸੇ ਨੂੰ ਤਲਵਾਰ ਦਾ ਹੰਕਾਰ ਸੀ, ਉਹ ਤੋਂ ਤਲਵਾਰ ਖੋਲ੍ਹੀ ਤੇ ਮਾਲਾ ਫੜਾਤੀ ਕਿ ਇਹਦੇ ਨਾਲ ਭਗਤੀ ਹੋ ਸਕਦੀ ਹੈ। ਕਲਗੀਧਰ ਦੀ ਹਿੱਸੇ ਆ, ਇੰਨੀ ਸਮਰੱਥਾ ਦੇ ਮਾਲਕ ਸਤਿਗੁਰੂ ਜੀ। ਔਰ ਮੈਂ ਚਾਹੁੰਦਾ ਕਵਿਤਾ ਵਾਲੇ ਬੰਨੇ ਚੱਲ ਜਾਈਏ ਫਿਰ ਦੁਬਾਰਾ। ਕੁਲਵੰਤ ਸਿੰਘ ਜੀ, ਕਿਹੜੀ ਕਵਿਤਾ, ਕਿਹੜਾ ਗੀਤ ਕਹਿਣਾ ਚਾਹੋਗੇ? ਕਲਗੀਧਰ ਦੀ ਰੀਸ ਮੇਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਨਾ ਕੋਈ ਰੀਸ ਹੋਈ ਹੈ, ਨਾ ਕਿਸੇ ਨੇ ਕੀਤੀ, ਨਾ ਕਰ ਸਕਦਾ। ਇਸ ਤਰ੍ਹਾਂ ਦੀ ਕਵਿਤਾ ਜੀ ਰਾਣਾ ਜੀ ਦੇ ਕਾਲਮ ਤੋਂ ਲਿਖੀ ਹੋਈ ਹੈ ਜੀ। ਤੋਂ ਸਭ ਤੋਂ ਪਹਿਲਾਂ ਜਿਹੜਾ ਇਹ ਗੀਤ ਪਹਿਲਾਂ ਮੈਂ ਕੀਤਾ ਸੀ, ਸੰਗਤਾਂ ਨੇ ਬਹੁਤ ਸਪੋਰਟ ਕੀਤੀ ਹੈ, ਉਹਨਾਂ ਦਾ ਬਹੁਤ ਧੰਨਵਾਦ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਨਮ ਦਿਨ 'ਤੇ ਇਹ ਜੋ ਗੀਤ ਆਇਆ, ਸਾਰਿਆਂ ਨੇ ਸਪੋਰਟ ਕੀਤੀ ਹੈ। ਸਾਰੇ YouTube 'ਤੇ ਦੇਖਿਓ, ਉਹਨੂੰ ਲੌਗਇਨ ਕਰਕੇ ਸਾਰੇ ਦੇਖ ਸਕਦੇ। ਮਿਊਜ਼ਿਕ ਨਾ ਕੀਤਾ। ਅਗਲਾ ਜਿਹੜਾ ਗੀਤ ਹੈ ਜੀ ਆਪਣਾ, ਕਲਗੀਧਰ ਦੀ ਰੀਸ ਨਹੀਂ ਕੋਈ ਕਰ ਸਕਦਾ। ਬਿਲਕੁਲ ਤੇਗ ਦੀ ਗੱਲ ਕੀਤੀ ਹੈ ਨਾਲ। ਬਿਲਕੁਲ ਬੇਸ਼ੱਕ ਮਿਊਜ਼ਿਕ ਨਹੀਂ ਹੈਗਾ ਇੱਥੇ, ਪਰ ਤੁਸੀਂ ਆਪਣੀ ਲੈਚ ਪੂਰਾ ਆਪਣੀ ਲੈਚ, ਹਾਂਜੀ। ਤੇਗ ਨੂੰ ਤੇਗ ਦੀ ਧਾਰ ਤੇ ਕੌਣ ਹੈ ਧਰ ਸਕਦਾ, ਗੁਰੂ ਗੋਬਿੰਦ ਸਿੰਘ ਦੀ ਰੀਸ ਨਹੀਂ ਕੋਈ ਕਰ ਸਕਦਾ। ਇਹ ਕਵਿਤਾ ਲੈ ਕੇ ਹੋ ਤੇਗ ਨੂੰ ਤੇਗ ਦੀ ਤਾਰ ਤੇ ਕੌਣ ਹੈ ਧਰ ਸਕਦਾ, ਹੋ ਕਲਗੀਧਰ ਦੀ ਰੀਸ ਕੋਈ ਨਹੀਂ ਕਰ ਸਕਦਾ, ਮੇਰੇ ਬਾਜਾਂ ਵਾਲੇ ਦੀ ਰੀਸ ਕੋਈ ਨਹੀਂ ਕਰ ਸਕਦਾ, ਗੁਰੂ ਗੋਬਿੰਦ ਸਿੰਘ ਦੀ ਰੀਸ ਕੋਈ ਨਹੀਂ ਕਰ ਸਕਦਾ। ਹੋ ਪਿਤਾ ਵਾਰਿਆ ਮਾਤਾ ਵੀ ਜਿਨ ਵਾਰੀਏ, ਉਹ ਸਾਜੀ ਸਾਰੇ ਜਗ ਤੇ ਕੌਮ ਨਿਆਰੀ ਏ। ਹੋ ਪਿਤਾ ਵਾਰਿਆ ਮਾਤਾ ਵੀ ਜਿਨ ਵਾਰੀਏ, ਉਹ ਸਾਜੀ ਸਾਰੇ ਜਗ ਤੇ ਕੌਮ ਨਿਆਰੀ ਏ। ਉਹ ਦੁਖੀਆਂ ਦੇ ਦੁੱਖ ਸਹਿ ਕੇ, ਹੋ ਦੁਖੀਆਂ ਦੇ ਦੁੱਖ ਸਹਿ ਕੇ ਹਾਸੇ ਜਰ ਸਕਦਾ, ਗੁਰੂ ਗੋਬਿੰਦ ਸਿੰਘ ਦੀ ਰੀਸ ਕੋਈ ਨਹੀਂ ਕਰ ਸਕਦਾ, ਹੋ ਬਾਜਾਂ ਵਾਲੇ ਦੀ ਰੀਸ ਕੋਈ ਨਹੀਂ ਕਰ ਸਕਦਾ। ਹੋ ਤੇਗ ਨੂੰ ਤੇਗ ਦੀ ਧਾਰ ਤੇ ਕੌਣ ਹੈ ਧਰ ਸਕਦਾ, ਹੋ ਬਾਜਾਂ ਵਾਲੇ ਦੀ ਰੀਸ ਕੋਈ ਨਹੀਂ ਕਰ ਸਕਦਾ, ਗੁਰੂ ਗੋਬਿੰਦ ਸਿੰਘ ਦੀ ਰੀਸ ਕੋਈ ਨਹੀਂ ਕਰ ਸਕਦਾ।
ਹੋ ਦੇਸ਼ ਕੌਮ ਤੋਂ ਵਾਰ ਦਿੱਤਾ ਜਿਨ ਲਾਲਾ ਨੂੰ, ਉਹ ਭੁੱਲ ਨਹੀਂ ਸਕਦੀ ਦੁਨੀਆ ਬੇਦਾਤਾ ਤੇਰੇ ਕਮਾਲਾਂ ਨੂੰ। ਹੋ ਦੇਸ਼ ਕੌਮ ਤੋਂ ਵਾਰ ਦਿੱਤਾ ਜਿਨ ਲਾਲਾ ਨੂੰ, ਉਹ ਭੁੱਲ ਨਹੀਂ ਸਕਦੀ ਦੁਨੀਆ ਬੇਦਾਤਾ ਤੇਰੇ ਕਮਾਲਾਂ ਨੂੰ। ਉਹ ਅੱਖਾਂ ਦੇ ਵਿੱਚ ਹੰਝੂ, ਅੱਖਾਂ ਦੇ ਵਿੱਚ ਹੰਝੂ ਤੂੰ ਓ ਜਰ ਸਕਦਾ, ਕਲਗੀਧਰ ਦੀ ਰੀਸ ਕੋਈ ਨਹੀਂ ਕਰ ਸਕਦਾ, ਮੇਰੇ ਬਾਜਾਂ ਵਾਲੇ ਦੀ ਰੀਸ ਕੋਈ ਨਹੀਂ ਕਰ ਸਕਦਾ। ਹੋ ਤੇਗ ਨੂੰ ਤੇਗ ਦੀ ਤਾਰ ਤੇ ਕੌਣ ਹੈ ਤਰ ਸਕਦਾ, ਗੁਰੂ ਗੋਬਿੰਦ ਸਿੰਘ ਦੀ ਰੀਸ ਕੋਈ ਨਹੀਂ ਕਰ ਸਕਦਾ। ਹੋ ਕਲਗੀਧਰ ਦੇ ਚਰਨਾਂ ਦੀ ਜੇ ਕਿਤੇ ਧੂੜ ਮਿਲੇ, ਹੋ ਗੋਬਿੰਦ ਸਿੰਘ ਦੇ ਚਰਨਾਂ ਦੀ ਜੇ ਧੂੜ ਮਿਲੇ, ਮੈਂ ਕਿਣਕਾ ਮੱਥੇ ਲਾਵਾਂ ਮੈਨੂੰ ਗਿਆਨ ਦਾ ਗੂੜ ਮਿਲੇ। ਹੋ ਕਲਗੀਧਰ ਦੇ ਚਰਨਾਂ ਦੀ ਜੇ ਧੂੜ ਮਿਲੇ, ਕਿਣਕਾ ਮੱਥੇ ਲਾਵਾਂ ਗਿਆਨ ਦਾ ਗੂੜ ਮਿਲੇ। ਹੋ ਤੇਰਾ ਰਾਣਾ ਬੜਾ ਨਿਮਾਣਾ, ਹੋ ਰਾਣਾ ਬੜਾ ਨਿਮਾਣਾ ਝੋਲੀਆਂ ਭਰ ਸਕਦਾ, ਕਲਗੀਧਰ ਦੀ ਰੀਸ ਕੋਈ ਨਹੀਂ ਕਰ ਸਕਦਾ, ਗੁਰੂ ਗੋਬਿੰਦ ਸਿੰਘ ਦੀ ਰੀਸ ਕੋਈ ਨਹੀਂ ਕਰ ਸਕਦਾ। ਉਹ ਕਲਗੀਧਰ ਦੀ ਰੀਸ ਕੋਈ ਨਹੀਂ ਕਰ ਸਕਦਾ। ਧੰਨਵਾਦ ਜੀ ਰਾਣਾ ਜੀ। ਬਹੁਤ ਵਧੀਆ ਜੀ। ਗੁਰੂ ਗੋਬਿੰਦ ਸਿੰਘ ਦੀ ਰੀਸ ਨਹੀਂ ਕੋਈ ਕਰ ਸਕਦਾ। ਕੀ ਬਾਤ ਹੈ, ਨਹੀਂ ਹੋ ਸਕਦੀ, ਨਹੀਂ ਹੋ ਸਕਦੀ, ਕੋਈ ਕਰ ਹੀ ਨਹੀਂ ਸਕਦਾ। ਉਹ ਰੱਬ ਦਾ ਰੂਪ, ਸਰਵ ਸ਼ਕਤੀਆਂ ਦੇ ਮਾਲਕ, ਔਰ ਕਲਗੀਧਰ ਦੇ ਚਰਨਾਂ ਦੀ ਜੇ ਧੂੜ ਮਿਲੇ, ਕਿਨਕਾ ਮੱਥੇ ਲਾਇਆ ਗਿਆਨ ਦਾ ਗੂੜ ਮਿਲੇ। ਇਹ ਬਹੁਤ ਪੁਰਾਣਾ ਗੀਤ ਲਿਖਿਆ ਹੋਇਆ ਜੀ, ਮੈਨੂੰ ਲੱਗਦਾ ਕਿ ਘੱਟੋ ਘੱਟ ਇਹ 20-22 ਸਾਲ ਪੁਰਾਣਾ ਹੋਣਾ। ਇਹ 20-22 ਸਾਲ ਪੁਰਾਣਾ ਹੋਣਾ। ਇਹਨੂੰ ਇੱਕ ਸਿੰਗਰ ਨੇ ਗਾਇਆ ਵੀ ਸੀ, ਸ਼ਾਇਦ ਕਰਨੈਲ ਸਿੰਘ ਸ਼ਬਦਲਪੁਰੀ ਨੇ ਗਾਇਆ ਵੀ ਸੀਗਾ ਬਹੁਤ ਪਹਿਲਾਂ, ਪਰ ਉਹਨਾਂ ਦਿਨਾਂ 'ਚ ਵੀਡੀਓ ਦਾ ਰਿਵਾਜ ਨਹੀਂ ਸੀ ਹੁੰਦਾ। ਪਰ ਜੀ ਇਹਨੇ ਕੋਈ ਇੱਕ ਵਾਰੀ ਮੈਂ ਰਿਕਾਰਡ ਜ਼ਰੂਰ ਕਰੂੰਗਾ। ਬਿਲਕੁਲ, ਸਤਿਗੁਰ ਰਹਿਮਤਾਂ ਕਰੇ। ਔਰ ਇਹ ਤੁਸੀਂ ਮੇਰਾ ਗੀਤ ਯਾਦ ਕਰਾਤਾ ਮੈਨੂੰ ਭੁੱਲਿਆ ਪਿਆ ਸੀਗਾ ਵੈਸੇ ਜੀ। ਮੈਂ ਉਦਾਂ ਹੀ ਯਾਦ, ਮੈਂ ਕਲਗੀਧਰ ਦੇ ਚਰਨਾਂ ਦੀ ਜੇ ਧੂੜ ਮਿਲੇ, ਕਿਨਕਾ ਮੱਥੇ ਲਾਇਆ ਗਿਆਨ ਦਾ ਗੂੜ ਮਿਲੇ। ਤਕਰੀਬਨ 20 ਤੋਂ 22 ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ ਇਸ ਗੀਤ ਨੂੰ ਲਿਖੇ ਨੂੰ ਵੀ। ਇਹ ਸਤਿਗੁਰ ਕਿਰਪਾ ਕਰੇ, ਸਤਿਗੁਰੂ ਰਹਿਮਤਾਂ ਕਰੇ, ਆਪਣੇ ਚਰਨਾਂ ਦੀ ਧੂੜ ਸਾਨੂੰ ਦਿੰਦਾ ਰਹੇ। ਹਾਂਜੀ, ਪੂਰੀ ਸਟੋਰੀ ਲਿਖੀ ਹੈ ਜੀ ਤੁਸੀਂ ਜੀ, ਜਿਹੜੇ ਨੇ ਸੁਣਦੇ ਆ ਨਾ ਗੀਤ, ਜਿਹੜੇ ਸਟੇਜਾਂ ਤੇ ਗਾਉਂਦਾ, ਕਲਗੀਧਰ ਪਾਤਸ਼ਾਹ ਸਾਹਮਣੇ ਆਉਂਦਾ। ਹਾਂ ਜੀ, ਮੂਹਰੇ ਆ ਜੋ ਉਹਨਾਂ ਦੇ ਅੱਖਾਂ 'ਚ ਹੰਝੂ ਆ ਜਾਂਦੇ, ਇਹਨਾਂ ਉਹਨਾਂ ਦੀ ਸਟੋਰੀ ਲਿਖੀ ਹੈ। ਬਿਲਕੁਲ ਬਿਲਕੁਲ। ਔਰ ਮੈਂ ਇੱਥੇ ਕਲਗੀਧਰ ਦੀ ਸਮਰੱਥਾ ਦੀ ਗੱਲ ਕਰ ਰਿਹਾ ਸੀਗਾ। ਆਪਾਂ ਕਲਮ ਦੀ ਗੱਲ ਕੀਤੀ ਸੀ, ਆਪਾਂ ਕਿਰਪਾਨ ਦੀ ਗੱਲ ਕੀਤੀ ਸੀ। ਸਤਿਗੁਰ ਦੇ ਕਿਰਪਾਨ ਦੇ ਗੁਣ ਤੋਂ ਬਹੁਤ ਕਵੀਆਂ ਨੇ ਗਾਏ ਆ, ਬਹੁਤ ਗੀਤਕਾਰਾਂ ਨੇ ਗਾਇਆ, ਬਹੁਤ ਇਤਿਹਾਸਕਾਰਾਂ ਨੇ ਗਾਇਆ। ਔਰ ਸਤਿਗੁਰ ਦੀ ਕਲਮ ਦੇ ਗੁਣ ਵੀ ਗਾਉਣੇ ਚਾਹੀਦੇ, ਸਤਿਗੁਰ ਦੀ ਕਲਮ ਦੇ ਵੀ ਗੁਣ ਗਾਏ ਹੋਏ। ਮੈਂ ਇੱਕ ਗੱਲ ਸਤਿਗੁਰ ਦੀ ਕਲਮ ਦੀ ਸਮਰੱਥਾ ਦੀ ਗੱਲ ਕਰਨੀ ਆ। ਸਤਿਗੁਰੂ ਪਾਤਸ਼ਾਹ ਅਨੰਦਪੁਰ ਛੱਡ ਚੁੱਕੇ ਆ, ਅਨੰਦਪੁਰ ਛੱਡ ਕੇ ਬਾਅਦ ਖਿਦਰਾਣੇ ਦੀ ਜੰਗ ਵੀ ਹੋ ਚੁੱਕੀ ਆ, ਤੇ ਸਤਿਗੁਰੂ ਜੀ ਲਖਮੀਰ ਸ਼ਮੀਰ ਦੇ ਕੋਲ ਰਾਏ ਕੱਲਾ ਤੋਂ ਹੁੰਦੇ ਹੋਏ ਪਹੁੰਚ ਗਿਆ। ਲਖਮੀਰ ਸ਼ਮੀਰ ਦੇ ਕੋਲ ਦੀਨੇ ਕਾਂਗੜ ਪਹੁੰਚ ਚੁੱਕੇ। ਜਦੋਂ ਉੱਥੇ ਪਹੁੰਚਿਆ ਤੇ ਇੱਕ ਦਿਨ ਭਾਈ ਮਾਨ ਸਿੰਘ ਬੜੇ ਵਿਰਾਗ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਯਾਦ ਕਰ ਰਿਹਾ, ਤੇ ਕਹਿੰਦਾ ਸਤਿਗੁਰੂ ਜੀ ਵੀ ਔਰੰਗਜ਼ੇਬ ਦਾ ਕਤਲ ਵਾਜਬੁਲ ਕਤਲ ਹੋ ਗਿਆ। ਇੱਕ ਧਰਮ ਦੀ ਜਿਹੜੀ ਹੁੰਦੀ ਆ ਵੀ ਕਿਸੇ ਦਾ ਕਤਲ ਤਾਂ ਹੀ ਕੀਤਾ ਜਾ ਸਕਦਾ ਜੇ ਵਾਜਬੁਲ ਕਤਲ ਹੋਵੇ। ਜਿੱਦਾਂ ਕ੍ਰਿਸ਼ਨ ਨੇ ਮਹਾਭਾਰਤ 'ਚ ਕਿਹਾ ਸੀਗਾ ਕਿ ਜਦ ਤੱਕ ਤੂੰ 100 ਗਾਲ ਨਹੀਂ ਕੱਢ ਲੈਂਦਾ ਉਦੋਂ ਤੱਕ ਤੇਰਾ ਸਿਰ ਲਾਉਣ ਦਾ ਮੈਨੂੰ ਹੱਕ ਨਹੀਂਗਾ, ਤੂੰ 100 ਗਾਲ ਕੱਢੇਗਾ ਤੇ ਫਿਰ ਤੇਰਾ ਸਿਰ ਲਾਊਂਗਾ, ਯਾਨੀ ਤੇਰਾ ਵਾਜਬੁਲ ਕਤਲ ਹੋ ਜਾਏਗਾ। ਇਹੀ ਗੱਲ ਇਸਲਾਮ ਵਿੱਚ ਵੀ ਕਹੀ ਗਈ ਆ ਕਿ ਜਦੋਂ ਕੋਈ ਧਰਮ ਉੱਤੇ, ਜਦੋਂ ਕੋਈ ਪੈਗੰਬਰ ਦੇ ਉੱਤੇ ਵਾਰ ਕਰ ਦੇਵੇ, ਜਦੋਂ ਕੋਈ ਧਰਮ ਦੇ ਸਿਧਾਂਤ ਉੱਤੇ ਵਾਰ ਕਰ ਦੇਵੇ, ਜੇ ਧਰਮ ਨਾਲ ਦਗਾ ਕਰ ਦੇਵੇ ਤੇ ਫਿਰ ਉਹਦਾ ਕਤਲ ਵਾਜਬੁਲ ਕਤਲ ਹੋ ਜਾਂਦਾ ਹੈ। ਕ੍ਰਿਸ਼ਨ ਨੇ ਵੀ ਗੱਲ ਕਹੀ ਆ, ਹਿੰਦੂ ਮਤ 'ਚ ਵੀ ਗੱਲ ਹੈਗੀ ਆ, ਇਸਲਾਮ ਨੇ ਵੀ ਕਹੀ ਆ, ਤੇ ਸਾਡੇ 'ਚ ਵੀ ਇਹ ਗੱਲ ਹੈਗੀ ਆ। ਸਾਡਾ ਰਹਿਤਨਾਮਾ ਵੀ ਕਹਿੰਦਾ ਆ ਕਿ ਗੁਰ ਕੀ ਨਿੰਦਾ ਸੁਣੇ ਨਾ ਕਾਣ, ਭੇਟ ਕਰੇ ਸੰਕਰਪਾਨ। ਤੁਹਾਡੇ ਲਈ ਆਪਣੇ ਆਪ ਲਈ ਤੁਸੀਂ ਵੱਡੀ ਤੋਂ ਵੱਡੀ ਗੱਲ ਜਰ ਸਕਦੇ ਆ, ਪਰ ਗੁਰੂ ਦੇ ਲਈ ਵੱਡੀ ਤੋਂ ਵੱਡੀ ਗੱਲ ਨਹੀਂ ਸਰ ਵਾਜਬੁਲ ਕਤਲ, ਜਦੋਂ ਗੁਰੂ ਤੇ ਹਮਲਾ ਹੋ ਜਾਂਦਾ ਹੈ। ਗੁਰਬਾਣੀ ਨੇ ਵੀ ਗੱਲ ਆਖੀ ਆ, ਓਏ ਬਖਾਦੀ ਦੁਖੀਆ, ਓਏ ਗੁਰ ਤੇ ਹੂਟੇ ਹਮ ਛੂਟੇ ਆ ਬੋਨਾ ਤੇ ਹਮ ਤੇ ਛੂਟੇ। ਜਦੋਂ ਗੁਰੂ ਤੇ ਹਮਲਾ ਹੋ ਗਿਆ, ਗੁਰੂ ਅਰਜਨ ਦੇਵ ਪਾਤਸ਼ਾਹ ਦੀ ਗੱਲ, ਜਿਹੜਾ ਗੁਰੂ ਦੀ ਵਿਰੋਧਤਾ ਕਰਦਾ ਹੈ, ਜਿਹੜਾ ਗੁਰੂ ਦੇ ਖਿਲਾਫ ਹੁੰਦਾ ਹੈ। ਔਰ ਅੱਜ ਮੈਂ ਕਈ ਵਾਰੀ ਹੈਰਾਨ ਹੋ ਜਾਂਦਾ ਹਾਂ, ਨਾਲ ਜੁੜਦੀ ਗੱਲ ਕਹਿ ਜਾਈਏ ਕਿ ਅੱਜ ਤਾਂ ਗੁਰੂ ਤੇ ਹਮਲੇ ਹੋ ਰਿਹਾ, ਸਾਡੇ ਹੀ ਪ੍ਰਚਾਰਕ ਕਰ ਰਿਹਾ। ਓਏ ਬਖਾਦੀ ਦੁਖੀਆ ਗੁਰ ਤੇ ਹੂਟੇ, ਗੁਰੂ ਤੇ ਜਿਹਨਾਂ ਨੇ ਹਮਲਾ ਕਰਤਾ ਉਹਨਾਂ ਲਈ
ਹਮ ਛੂਟੇ ਅਬ ਉਹਨਾਂ ਤੇ, ਓਏ ਹਮ ਤੇ ਛੂਟੇ ਗੁਰੂ ਤੇ ਹਮਲਾ ਬਰਦਾਸ਼ਤ ਨਹੀਂ ਕਰਨਾ। ਸਾਡੇ ਰਹਿਤਨਾਮਾ ਨੇ ਗੱਲ ਕਹੀ ਆ। ਸੋ ਵਾਜਬੁਲ ਕਤਲ ਹੋ ਜਾਂਦੀ ਹੈ ਗੱਲ। ਇਹ ਸਾਡੇ ਹਰ ਧਰਮ ਦੇ ਸਿਧਾਂਤ ਦੀ ਗੱਲ ਆ। ਬੇਸ਼ੱਕ ਪ੍ਰੈਕਟੀਕਲ 'ਚ ਹੋਵੇ, ਬੇਸ਼ੱਕ ਪ੍ਰੈਕਟੀਕਲ 'ਚ ਨਾ ਹੋਵੇ, ਪਰ ਹਰ ਧਰਮ ਦੀ ਸਿਧਾਂਤ ਦੀ ਗੱਲ ਆ। ਤੇ ਭਾਈ ਮਾਨ ਸਿੰਘ ਜੀ ਕਹਿੰਦੇ ਕਿ ਧਰਮ ਦੇ ਸਿਧਾਂਤ ਦੇ ਮੁਤਾਬਕ ਬੇਸ਼ੱਕ ਉਹ ਪ੍ਰਾਤਨ ਹਿੰਦੂ ਮਤ ਹੋਵੇ ਤੇ ਬੇਸ਼ੱਕ ਉਹ ਮੁਸਲਿਮ ਮਤ ਹੋਵੇ ਤੇ ਬੇਸ਼ੱਕ ਰਹਿਤਨਾਮਾ ਜਿਹੜੀ ਗੱਲ ਸਾਨੂੰ ਸਿਖਾਈ ਹੈ, ਜਿਹੜੀ ਗੱਲ ਗੁਰਬਾਣੀ ਨੇ ਸਿਖਾਈ ਹੈ, ਉਹ ਬਖਾਦੀ ਦੁਖੀਆ ਗੁਰ ਤੇ ਹੂਟੇ ਹਮ ਛੂਟੇ ਅਬ ਉਹਨਾਂ ਤੋਂ ਹਮ ਤੇ ਛੂਟੇ ਵਾਲੀ ਗੱਲ ਜਿਹੜੀ ਸਿਖਾਈ ਹੈ ਸਤਿਗੁਰੂ ਜੀ। ਔਰੰਗਜ਼ੇਬ ਦਾ ਕਤਲ ਵਾਜਬ ਹੋ ਗਿਆ, ਹੁਣ ਵਾਜਬੁਲ ਕਤਲ ਹੋ ਗਿਆ ਉਹਨਾਂ ਦੀ ਬੋਲੀ ਦੇ ਅੰਦਰ, ਕਿਉਂਕਿ ਉਹਨੇ ਆਨੰਦਪੁਰ ਦੇ ਉੱਤੇ ਹਮਲਾ ਕੀਤਾ ਬਿਨਾਂ ਕਿਸੇ ਕਾਰਨ ਤੋਂ। ਉੱਥੋਂ ਪਰਿਵਾਰ ਨੂੰ ਵਿਛੜਨਾ ਪਿਆ, ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ, ਫਿਰ ਆਪਣੇ ਵਾਅਦੇ ਤੋਂ ਮੁੱਕਰਿਆ, ਧਰਮ ਦੀ ਸਹੁੰ ਖਾ ਕੇ ਮੁੱਕਰਿਆ, ਚਮਕੌਰ ਤੇ ਹਮਲਾ ਕਰਤਾ, ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ, ਮਰਜੀਵੜੇ ਸਿੰਘ ਸ਼ਹੀਦ ਹੋਏ, ਪੰਜਾਂ ਪਿਆਰਿਆਂ 'ਚੋਂ 3 ਪਿਆਰੇ ਸ਼ਹੀਦ ਹੋਏ। ਤੇ ਫਿਰ ਉਦੋਂ ਬਾਅਦ ਵੀ ਨਹੀਂ ਹਟਿਆ, ਹਮਲਾ ਕਰਵਾਤਾ ਖਿਦਰਾਣੇ ਦੀ ਢਾਬ ਦੇ ਉੱਤੇ, ਤੇ ਫਿਰ ਉੱਥੇ ਵੀ ਉਹਦਾ ਹੁਣ ਤੱਕ ਕਤਲ ਜਿਹੜਾ ਵਾਜਬੁਲ ਕਤਲ ਹੋ ਚੁੱਕਿਆ। ਇਹਦੋਂ ਇੰਨੀਆਂ ਗਲਤੀਆਂ ਕਰ ਲੈਂਦਾ। ਸਤਿਗੁਰੂ ਕਹਿੰਦੇ ਮਾਨ ਸਿੰਘ ਤੂੰ ਕਹਿੰਦਾ ਤਾਂ ਠੀਕ ਆ, ਅਸੀਂ ਚਾਹੁੰਦੇ ਸਾਂ ਕਿ ਜੰਗ ਦੇ ਮੈਦਾਨ 'ਚੋਂ ਸਾਡੇ ਸਾਹਮਣੇ ਆਵੇ, ਉਹਨੂੰ ਦਿਖਾਈਏ ਉਹ ਜਿਹੜੀ ਤਲਵਾਰ ਦੇ ਜ਼ੋਰ ਨਾਲ ਕਹਿੰਦੇ ਨਾ ਅਸੀਂ ਹਿੰਦੁਸਤਾਨ ਨੂੰ ਆਪਣੇ ਕਬਜ਼ੇ 'ਚ ਕੀਤਾ ਹੋਇਆ, ਉਹਨੂੰ ਹਿੰਦੁਸਤਾਨ ਦੀ ਜਿਹੜੀ ਭਾਰਤੀ ਸੰਸਕ੍ਰਿਤੀ ਦੀ ਕਿਰਪਾਨ ਹੈ ਉਹਦਾ ਜ਼ੋਰ ਦਿਖਾਈਏ ਕਿ ਲੈ ਤੇਰੀ ਜਿਹੜੀ ਕਿਰਪਾਨ ਦੇ ਸੌਰ ਤੇ ਕਹਿੰਦਾ ਤੂੰ ਕਬਜ਼ਾ ਕੀਤਾ ਹੋਇਆ, ਲੈ ਤੈਨੂੰ ਕਿਰਪਾਨ ਦਾ ਜ਼ੋਰ ਦਿਖਾਈਏ ਤੇ ਕਿਰਪਾਨ ਦੇ ਨਾਲ ਉਹਦੇ ਟੋਟੇ ਕਰੀਏ, ਉਹਨੂੰ ਤੀਰ ਦੇ ਨਾਲ ਮਾਰੀਏ। ਪਰ ਉਹ ਤਾਂ ਐਡਾ ਗੀਦੀ ਆ, ਐਡਾ ਕਹਿ ਰਿਹਾ ਕਿ ਦਿੱਲੀ ਵੀ ਛੱਡ ਕੇ ਦੱਖਣ 'ਚ ਜਾ ਕੇ ਲੁੱਕ ਕੇ ਬੈਠ ਗਿਆ। ਜਿੱਥੇ ਤੱਕ ਕਿਰਪਾਨ ਨਹੀਂ ਪਹੁੰਚਦੀ, ਜਿੱਥੇ ਤੱਕ ਤੀਰ ਨਹੀਂ ਪਹੁੰਚਦਾ, ਜਿੱਥੇ ਤੱਕ ਤੋਪ ਦਾ ਗੋਲਾ ਵੀ ਨਹੀਂ ਪਹੁੰਚਦਾ, ਜਿੱਥੇ ਤੱਕ ਗੋਲੀ ਨਹੀਂ ਪਹੁੰਚਦੀ, ਤੇ ਸਤਿਗੁਰੂ ਜੀ ਕਹਿੰਦੇ ਫਿਰ ਉਹ ਬਚਿਆ ਰਹੂਗਾ। ਸਤਿਗੁਰੂ ਕਹਿੰਦੇ ਨਹੀਂ, ਵਾਜਬੁਲ ਕਤਲ ਹੋ ਗਿਆ, ਬਚਿਆ ਨਹੀਂ ਰਹੂਗਾ। ਜਿੱਥੇ ਕਿਰਪਾਨ ਨਹੀਂ ਪਹੁੰਚਦੀ, ਜਿੱਥੇ ਤੀਰ ਨਹੀਂ ਪਹੁੰਚਦੀ, ਜਿੱਥੇ ਤੋਪ ਨਹੀਂ ਪਹੁੰਚਦੀ, ਜਿੱਥੇ ਬੰਬ ਨਹੀਂ ਪਹੁੰਚਦੇ, ਜਿੱਥੇ ਗੋਲੀ ਨਹੀਂ ਪਹੁੰਚਦੀ, ਉੱਥੇ ਕਲਮ ਪਹੁੰਚਦੀ ਹੈ, ਉਹਦਾ ਕਲਮ ਦੇ ਨਾਲ ਕਤਲ ਕਰਾਂਗੇ। ਤੇ ਸਤਿਗੁਰੂ ਨੇ ਫਿਰ ਦੀਨਾ ਕਾਂਗੜ ਬੈਠ ਕੇ ਜਫਰਨਾਮਾ ਲਿਖਿਆ, ਭਾਈ ਦਿਆਲ ਸਿੰਘ ਤੇ ਧਰਮ ਸਿੰਘ ਦੇ ਹੱਥੀਂ ਭੇਜਿਆ, ਤੇ ਕਲਮ ਦੇ ਨਾਲ ਔਰੰਗਜ਼ੇਬ ਦਾ ਕਤਲ ਕੀਤਾ ਸਤਿਗੁਰੂ ਨੇ। ਜਿੱਦਾਂ ਪੜ੍ਹੀ ਜਾਂਦਾ ਉਦਾਂ ਮਰੀ ਜਾਂਦਾ, ਤੜਫ ਕੇ ਮਰਿਆ। ਸਤਿਗੁਰੂ ਨੇ ਸਾਨੂੰ ਕਲਮਾਂ ਦੇ ਨਾਲ ਵਾਰ ਕਰਨੇ ਸਿਖਾਇਆ। ਔਰ ਅੱਜ ਮੈਨੂੰ ਇੱਦਾਂ ਲੱਗਦਾ ਕਿ ਸਾਡੀ ਕੌਮ ਕਲਮਾਂ ਨਾਲ ਵਾਰ ਕਰਨਾ ਭੁੱਲ ਗਈ ਹੈ। ਜਦੋਂ ਕੌਮਾਂ ਕਲਮਾਂ ਨਾਲ ਵਾਰ ਕਰਨਾ ਭੁੱਲ ਜਾਂਦੀਆਂ ਤੇ ਫਿਰ ਉਹ ਜੰਗ ਦੇ ਮੈਦਾਨ 'ਚ ਕਈ ਵਾਰੀ ਉਹਨਾਂ ਨੂੰ ਉਹ ਲੜਾਈਆਂ ਲੜਨੀਆਂ ਪੈਂਦੀਆਂ ਜਿਹੜੀਆਂ ਨਹੀਂ ਲੜਨੀਆਂ ਚਾਹੀਦੀਆਂ। ਸੋ ਕਲਮਾਂ ਦੇ ਨਾਲ ਵਾਰ ਕਰਨਾ ਸਤਿਗੁਰੂ ਨੇ ਸਿਖਾਇਆ ਹੈਗਾ। ਸਤਿਗੁਰੂ ਏਡੀ ਸਮਰੱਥਾ ਦੇ ਮਾਲਕ, ਕਿਰਪਾਨਾਂ ਦੇ ਨਾਲ ਵੀ ਜਿਨ੍ਹਾਂ ਦੇ ਦੁਸ਼ਟਾਂ ਦਾ ਨਾਸ਼ ਕਰਨਾ ਸੀ ਉਹਨਾਂ ਦਾ ਕੀਤਾ, ਤੀਰਾਂ ਦੇ ਨਾਲ ਵੀ ਕੀਤਾ। ਇੱਕ ਤੀਰ ਦੇ ਨਾਲ ਚਮਕੌਰ ਦੀ ਗੜੀ 'ਚ 20 ਬੰਦੇ ਪਰੋ ਕੇ ਸੁੱਟੇ, ਪਰ ਜਿੱਥੇ ਕੋਈ ਦੂਰ ਜਾ ਕੇ ਬੈਠ ਗਿਆ ਉੱਥੇ ਕਲਮਾਂ ਦੇ ਨਾਲ ਵੀ ਵਾਰ ਕੀਤਾ ਸਤਿਗੁਰੂ ਨੇ। ਕਲਮਾਂ ਦੇ ਨਾਲ ਵਾਰ ਕਰਨਾ ਵੀ ਸਿਖਾਇਆ ਸਾਨੂੰ ਸਤਿਗੁਰੂ ਨੇ। ਕਲਮਾਂ ਦੇ ਧਨੀ ਬਣੀਏ, ਕਲਮਾਂ ਨਾਲ ਵਾਰ ਕਰਨਾ ਸਿੱਖੀਏ। ਸਤਿਗੁਰੂ ਦੇ ਕਲਗੀਧਰ ਪਾਤਸ਼ਾਹ ਦੇ ਅੱਜ ਪ੍ਰਕਾਸ਼ ਦਿਹਾੜੇ ਦੇ ਉੱਤੇ, ਉਹਨਾਂ ਦੇ ਉਹ ਜਨਮ ਦਿਹਾੜੇ ਦੇ ਉੱਤੇ ਕਲਗੀਧਰ ਪਾਤਸ਼ਾਹ ਨੂੰ ਸਜਦਾ ਕਰਦਿਆਂ ਹੋਇਆਂ, ਗੁਰੂ ਗੋਬਿੰਦ ਸਿੰਘ ਨੂੰ ਨਮਸਕਾਰਾਂ ਕਰਦਿਆਂ ਹੋਇਆਂ ਉਹਨਾਂ ਦੇ ਜੀਵਨ ਤੋਂ ਇਹ ਸੇਧ ਲੈ ਲਈਏ ਕਿ ਅਸੀਂ ਉਹਨਾਂ ਦੇ ਕਲਮਾਂ ਨਾਲ ਵਾਰ ਕਰਨੇ ਵੀ ਸਿੱਖ ਰਹੇ ਹਾਂ। ਇਹ ਕੁਲਵੰਤ ਸਿੰਘ ਜੀ ਕੋਈ ਕਵਿਤਾ ਹੋਰ ਕਹੋਗੇ? ਕੋਈ ਗੀਤ, ਕੋਈ ਕਵਿਤਾ, ਕੋਈ ਗੱਲ ਜਿਹੜੀ ਵੀ ਕਹਿਣਾ ਚਾਹੁੰਦੇ ਕਰ ਲਓ ਜੀ। ਮੈਂ ਪਹਿਲਾਂ ਧੰਨਵਾਦ ਇਹ ਕਰੂੰਗਾ ਤੁਹਾਡਾ ਜੀ, ਸੰਗਤ ਟੀਵੀ ਦਾ ਵੀ ਜੀ, ਜਿਨ੍ਹਾਂ ਨੇ ਮੈਨੂੰ ਆਪ ਸੰਗਤ ਟੀਵੀ ਬਾਰੇ ਬੇਸ਼ੱਕ ਕੋਈ ਗੱਲ, ਸੰਗਤ ਟੀਵੀ ਬਾਰੇ ਹਾਂਜੀ ਉਹਨਾਂ ਦੀ ਬੜੀ ਧੰਨਵਾਦੀ ਆ ਜਿਨ੍ਹਾਂ ਨੇ ਮੈਨੂੰ ਇੱਥੇ ਲੈ ਕੇ ਸੰਗਤ ਤੇ ਰੂਬਰੂ ਕੀਤਾ ਤੇ ਮੈਨੂੰ ਕਵਿਤਾ ਦੇ ਜ਼ਰੀਏ ਸੰਗਤਾਂ ਤੇ ਹੀ ਪਹੁੰਚਾਇਆ। ਮੈਂ ਸੰਗਤਾਂ ਦਾ ਤੇ ਤੁਹਾਡਾ ਸੰਗਤ ਟੀਵੀ ਦਾ ਬਹੁਤ ਧੰਨਵਾਦੀ ਹਾਂ ਜੀ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਅੱਜ ਜਨਮ ਦਿਨ ਆ, ਅੱਜ ਉਹਨਾਂ ਦਾ ਗੁਰਪੁਰਬ, ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਜੀ। ਕੋਈ ਕਵਿਤਾ, ਕੋਈ ਗੀਤ? ਨਹੀਂ, ਚਲੋ ਆਪਾਂ ਗਾਂ ਗੱਲ ਤੋਰਦੇ ਹਾਂ ਜੀ। ਇੱਕ ਗੱਲ ਮੈਂ ਸਾਂਝੀ ਕਰਨੀ ਚਾਹੁੰਦਾ ਹੋਰ, ਜਿਹੜੀ ਗੱਲ ਆਪਾਂ ਸਾਰੇ ਹੀ ਕਰਦੇ ਆ, ਕੁਲਵੰਤ ਸਿੰਘ ਦੇ ਵਿੱਚ ਮੈਂ ਨਾਲ ਗਵਾਹੀ ਪਵਾਈ ਜਾਣੀ ਆ ਕਿ ਕਲਗੀਧਰ ਪਾਤਸ਼ਾਹ ਦਾ ਜਦੋਂ ਪ੍ਰਕਾਸ਼ ਹੋਇਆ ਸੀ ਨਾ ਪਟਨੇ ਦੀ ਧਰਤੀ ਦੇ ਉੱਤੇ, ਤੇ ਉਦੋਂ ਭੀਖਨ ਸ਼ਾਹ ਦੇ ਮਨ 'ਚ ਗੱਲ ਆਈ ਸੀ ਕਿ ਐਡਾ ਵੱਡਾ ਅਵਤਾਰ, ਖੁਦਾ ਦਾ ਰੂਪ, ਕਿਉਂਕਿ ਜਿਹੜੀਆਂ ਅੰਦਰੋਂ ਦਿਵ ਦ੍ਰਿਸ਼ਟੀ ਜਿਨ੍ਹਾਂ ਦੀ ਹੁੰਦੀ ਹੈ, ਜਿਹਨਾਂ ਦੀ ਅੱਖਾਂ ਖੁੱਲੀਆਂ ਹੁੰਦੀਆਂ, ਅੰਦਰਲੀ ਅੱਖ ਖੁੱਲੀ ਹੁੰਦੀ, ਉਹ ਦੇਖਦੇ ਨੇ। ਉਹਨਾਂ ਕਲਗੀਧਰ ਪਾਤਸ਼ਾਹ ਦੀ ਸ਼ਕਤੀ ਦੇਖੀ ਪੂਰੀ ਦੀ ਪੂਰੀ। ਬੇਸ਼ੱਕ ਅਜੇ ਗੁਰੂ ਨਾਨਕ ਜੋਤ ਕੋਲ ਨਹੀਂ, ਗੁਰੂ ਨਾਨਕ ਜੋਤ ਬੇਸ਼ੱਕ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਹੈ, ਪਰ ਕਲਗੀਧਰ ਦੀ ਆਪਣੀ ਸਾਧਨਾ, ਜਿੱਦਾਂ ਮੈਂ ਕਿਹਾ ਵੀ ਕਲਗੀਧਰ ਪਾਤਸ਼ਾਹ ਦੁਪਾਸਿਓ ਨੇ ਪਰਮਾਤਮਾ ਦਾ ਰੂਪ। ਜਦੋਂ ਜੋਤ ਮਿਲ ਗਈ ਉਦੋਂ ਤਾਂ ਗੁਰੂ ਨਾਨਕ ਵਾਲੀ ਪਰਮਾਤਮਾ ਦੀ ਜੋਤ ਆ ਹੀ ਗਈ, ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ ਤੱਕ ਤਾਂ ਆ ਹੀ ਗਈ। ਪਰ ਕਲਗੀਧਰ ਪਾਤਸ਼ਾਹ ਜਨਮ ਤੋਂ ਵੀ, ਪਿਛਲੀ ਤਪੱਸਿਆ ਦੇ ਕਰਕੇ ਵੀ, ਪਿਛਲੀ ਸਾਧਨਾ ਦੇ ਕਰਕੇ ਵੀ, ਜਿੱਦਾਂ ਉਹਨਾਂ ਨੇ ਆਪ ਆਪਣੀ ਕਲਮ ਦੇ ਨਾਲ ਲਿਖਿਆ ਹੈ। ਔਰ ਇੱਥੇ ਮੈਂ ਰਹਾਉ ਦੇ ਵਿੱਚ ਇੱਕ ਗੱਲ ਕਹਿਣਾ ਚਾਹੁੰਦਾ, ਥੋੜ੍ਹੇ ਟਿਕਾ ਜਾ ਕੇ ਕਹਿਣਾ ਚਾਹੁੰਦਾ
ਕਿ ਦੁਨੀਆ ਦੇ ਕਿਸੇ ਪੈਗੰਬਰ ਨੇ, ਕਿਸੇ ਅਵਤਾਰ ਨੇ ਆਪਣੀ ਕਲਮ ਦੇ ਨਾਲ ਇਹ ਨਹੀਂ ਲਿਖਿਆ ਕਿ ਮੈਂ ਹੂ ਬਹੂ ਰੱਬ ਦਾ ਰੂਪ ਹਾਂ। ਇੱਕੋ ਇੱਕ ਕਲਗੀਧਰ ਪਾਤਸ਼ਾਹ ਨੇ ਲਿਖਿਆ, ਇੱਕੋ ਇੱਕ ਕਲਗੀਧਰ ਪਾਤਸ਼ਾਹ ਨੇ। ਪਰ ਦੁਨੀਆ ਦੇ ਵਿੱਚ ਇਹੋ ਜਿਹੇ ਪੈਗੰਬਰ ਨੇ ਜਿਨ੍ਹਾਂ ਦੇ ਬਾਰੇ ਬਾਅਦ ਵਿੱਚ ਉਹਨਾਂ ਦੇ ਚੇਲਿਆਂ ਨੇ, ਉਹਨਾਂ ਦੇ ਮੰਨਣ ਵਾਲਿਆਂ ਨੇ ਪ੍ਰਚਾਰਿਆ ਕਿ ਰੱਬ ਦਾ ਜਾਂ ਸੁਨੇਹਾ ਲੈ ਕੇ ਆਏ, ਪੈਗਾਮ ਲੈ ਕੇ ਆਏ, ਜਾਂ ਇਹ ਰੱਬ ਦੇ ਪੁੱਤਰ ਬਣ ਕੇ ਆਏ। ਪਰ ਰੱਬ ਦਾ ਪੁੱਤਰ ਪ੍ਰਚਾਰ ਕੇ ਹੀ ਅੱਧੀ ਕੁ ਦੁਨੀਆ ਨੂੰ ਉਹਨਾਂ ਨੇ ਆਪਣੇ ਧਰਮ ਵਾਲੇ ਪਾਸੇ ਲਾ ਲਿਆ, ਆਪਣੇ ਦਾਇਰੇ ਅੰਦਰ ਲਿਆਂਦਾ। ਪੰਜਾਬ ਦੀ ਧਰਤੀ ਤੇ ਕੀ ਹੋਇਆ? ਸਾਡੇ ਕੋਲ ਜਿਹੜੀ ਗੱਲ ਸਾਡੇ ਪਾਤਸ਼ਾਹ ਨੇ ਆਪਣੀ ਕਲਮ ਦੇ ਨਾਲ ਕਹਿ ਦਿੱਤੀ, ਮੈਂ ਆਪਣਾ ਸੁਤ ਤੋਹੇ ਨਵਾਜਾ, ਅਕਾਲ ਪੁਰਖ ਪ੍ਰਮਾਤਮਾ ਨੇ ਸਾਹਮਣੇ ਖੜੇ ਹੋ ਕੇ ਕਿਹਾ, ਪੰਥ ਪਰਚਰ ਕਰਬੇ ਕੋ ਸਾਜਾ, ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਸੰਸਾਰ ਤੇ ਭੇਜ ਰਿਹਾ ਹਾਂ। ਕਲਗੀਧਰ ਪਾਤਸ਼ਾਹ ਨੇ ਆਪ ਕਲਮ ਨਾਲ ਲਿਖਿਆ, ਔਰ ਇੱਕੋ ਇੱਕ ਪੈਗੰਬਰ ਨੇ, ਇੱਕੋ ਇੱਕ ਗੁਰੂ ਨੇ, ਇੱਕੋ ਇੱਕ ਅਵਤਾਰ ਨੇ ਜਿਹਨਾਂ ਆਪਣੀ ਕਲਮ ਨਾਲ ਲਿਖਿਆ। ਤੇ ਸਾਡੇ ਕੋਲ ਇਹ ਗੱਲ ਦੁਨੀਆ ਨੂੰ ਦੱਸ ਹੀ ਨਹੀਂ ਹੋਈ ਕਿ ਕਲਗੀਧਰ ਪਾਤਸ਼ਾਹ ਪਰਮਾਤਮਾ ਦਾ ਰੂਪ ਵੀ ਨੇ ਹੂ ਬਹੂ, ਗੁਰੂ ਨਾਨਕ ਦੀ ਜੋਤ ਹੋਣ ਦੇ ਨਾਤੇ, ਤੇ ਕਲਗੀਧਰ ਪਾਤਸ਼ਾਹ ਪਰਮਾਤਮਾ ਦੇ ਪੁੱਤਰ ਬਣ ਕੇ ਵੀ ਆਏ ਨੇ ਇਸ ਸੰਸਾਰ ਦੇ ਉੱਤੇ। ਜੇ ਕਿਤੇ ਗੱਲ ਸਾਡੇ ਤੋਂ ਪ੍ਰਚਾਰ ਹੀ ਹੁੰਦੀ ਨਾ, ਤੇ ਪੰਜਾਬ 'ਚ ਜਾ ਕੇ ਅਣਮੱਤਾਂ ਦੇ ਪ੍ਰਚਾਰਕ ਇਹ ਨਾ ਕਹਿੰਦੇ ਕਿ ਸਨ ਆਫ ਗॉड ਦੇ ਉੱਤੇ ਜਾ ਕੇ ਤੁਸੀਂ ਸਿੱਖਾਂ ਦੇ ਘਰਾਂ 'ਚ ਜਾ ਕੇ ਕਿ ਇੱਥੇ ਆ ਕੇ ਤੁਸੀਂ ਇਹਦੇ ਉੱਤੇ ਆਪਣਾ ਈਮਾਨ ਲੈ ਕੇ ਆਓ। ਪਰਮਾਤਮਾ ਦਾ ਰੂਪ ਹੂ ਬਹੂ ਕਲਗੀਧਰ ਪਾਤਸ਼ਾਹ, ਔਰ ਮੈਂ ਆਪਣਾ ਸੁਤ ਤੋਹੇ ਨਵਾਜਾ ਪੁੱਤਰ ਬਣਾ ਕੇ ਭੇਜਿਆ ਅਕਾਲ ਪੁਰਖ ਪਰਮਾਤਮਾ ਨੇ ਉਹਨਾਂ ਨੂੰ। ਦੋਨੇ ਗੱਲਾਂ ਸਾਡੇ ਤੋਂ ਗੱਲ ਕਹੀ ਨਹੀਂ ਹੋਈ, ਕਹਿਣੀ ਚਾਹੀਦੀ ਹੈ, ਘਰ ਘਰ ਜਾ ਕੇ ਕਹਿਣੀ ਚਾਹੀਦੀ। ਪਰ ਜਿਨ੍ਹਾਂ ਨੇ ਕਹਿਣੀ ਸਾਡੇ ਪ੍ਰਚਾਰਕਾਂ ਨੇ ਉਹੀ ਤਾਂ ਕਿੰਤੂ ਕਰਨ ਲੱਗ ਪਏ। ਜਿਹੜੇ ਸਾਡੇ ਪ੍ਰਚਾਰਕਾਂ ਨੇ ਜ਼ੋਰ ਦੇ ਕੇ ਗੱਲ ਕਹਿਣੀ ਸੀ ਤੇ ਜ਼ੋਰ ਪਾਉਣਾ ਸੀ ਪੂਰਾ, ਉਹੀ ਤਾਂ ਕਿੰਤੂ ਕਰਨ ਲੱਗ ਪਏ ਬਾਣੀਆਂ ਦੇ ਉੱਤੇ। ਡੁੱਬੀ ਤਾਂ ਜੇ ਸਾਹ ਅੱਜ ਕਲਗੀਧਰ ਪਾਤਸ਼ਾਹ ਦੇ ਦਿਹਾੜੇ ਦੇ ਉੱਤੇ ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਦੇ ਉੱਤੇ ਸ਼ਰਧਾ ਹੈ, ਉਹ ਤਹਈਆ ਕਰ ਲਓ ਕਿ ਆਪਾਂ ਇਕੱਲੇ ਪ੍ਰਚਾਰਕਾਂ ਦੇ ਉੱਤੇ ਹੀ ਸੋ ਕਾਲ ਜਿਹੇ ਪ੍ਰਚਾਰਕਾਂ ਤੇ ਨਿਰਭਰ ਨਹੀਂ ਰਹਿਣਾ। ਇਕੱਲੇ ਨੇ ਆਪਣੇ ਘਰ ਘਰ ਇਹ ਗੱਲ ਪਹੁੰਚਾਉਣੀ ਆਪਣੇ ਆਲੇ ਦੁਆਲੇ ਦੇ ਵਿੱਚ। ਕਲਗੀਧਰ ਪਾਤਸ਼ਾਹ ਹੂ ਬਹੂ ਪਰਮਾਤਮਾ ਦਾ ਰੂਪ ਵੀ ਨੇ, ਗੁਰੂ ਨਾਨਕ ਦੀ ਜੋਤ ਹੋਣ ਦੇ ਨਾਤੇ, ਤੇ ਪਰਮਾਤਮਾ ਦੇ ਪੁੱਤਰ ਵੀ ਨੇ, ਕਿਉਂਕਿ ਉਹਨਾਂ ਨੇ ਆਪ ਲਿਖ ਕੇ ਭੇਜਿਆ, ਮੈਂ ਆਪਣਾ ਸੁਤ ਤੋਹੇ ਨਵਾਜਾ ਪੰਥ ਪ੍ਰਚਰ ਕਰਬੇ ਕੋ ਸਾਜਾ। ਇਹ ਗੱਲ ਪ੍ਰਚਾਰ ਨਹੀਂ ਹੈ, ਇਹ ਗੱਲ ਕਹਿਣੀ ਹੈ। ਕਲਗੀਧਰ ਪਾਤਸ਼ਾਹ ਦੇ ਬੋਲਾਂ ਦੇ ਨਾਲ ਜੁੜ ਕੇ ਕਹਿੰਦੇ ਉਹਨਾਂ ਦੇ ਪ੍ਰਕਾਸ਼ ਦਿਹਾੜੇ ਤੇ ਆਪਾਂ ਇਹ ਗੱਲ ਮੰਨ ਕੇ ਤੁਸੀਂ। ਤੇ ਮੈਂ ਜਿਹੜੀ ਗੱਲ ਕਰ ਰਿਹਾ ਸੀ, ਜਦੋਂ ਐਡੀ ਸ਼ਕਤੀ ਲੈ ਕੇ ਆਇਆ ਦੀ, ਜਿਹਦੀ ਦਿਵ ਦ੍ਰਿਸ਼ਟੀ ਸੀ, ਜਿਹਦੀਆਂ ਅੱਖਾਂ ਖੁੱਲੀਆਂ ਹੋਈਆਂ ਸਨ, ਜਿਹਦੇ ਅੰਦਰਲੀ ਅੱਖ ਖੁੱਲੀ ਸੀ, ਭੀਖਣ ਛਾ ਕੇ ਪਰਮਾਤਮਾ ਨੇ ਆਪਣਾ ਪੁੱਤਰ ਬਣਾ ਕੇ ਭੇਜਿਆ ਹੈ। ਜਨਮ ਹੋਇਆ ਉਹਨਾਂ ਦਾ ਭੀਖਣ ਦੇ ਵਿੱਚ, ਤੇ ਭੀਖਣ ਨੇ ਦੇਖਿਆ ਪਟਨੇ ਜਨਮ ਹੋਇਆ ਤੇ ਉਹਨੇ ਪਟਨੇ ਵਾਲ ਨੂੰ ਸਜਦਾ ਕੀਤਾ, ਤੇ ਫਿਰ ਚੇਲਿਆਂ ਦਾ ਸ਼ੰਕਾ ਨਿਵਰਤ ਕਰਨ ਦੇ ਲਈ ਪਟਨੇ ਤੱਕ ਪਹੁੰਚਿਆ। ਮਨ ਦੇ ਸ਼ੰਕਾ ਕਿ ਐਡੀ ਸ਼ਕਤੀ ਲੈ ਕੇ ਆਇਆ, ਪਰਮਾਤਮਾ ਦੀਆਂ ਸਾਰੀਆਂ ਸ਼ਕਤੀਆਂ ਲੈ ਕੇ ਆਇਆ। ਦੋ ਵਿਚਾਰਧਾਰਾ ਦੀ ਟੱਕਰ ਚੱਲਦੀ ਸੀ ਉਹਨਾਂ ਦਿਨਾਂ 'ਚ ਹਿੰਦੁਸਤਾਨ ਦੇ ਵਿੱਚ, ਭਾਰਤੀ ਮਹਾਦੀਪ ਦੇ ਵਿੱਚ ਕਹਿ ਲਓ ਅੱਜ ਦੇ ਸਮੇਂ 'ਚ ਕਹਿਣਾ ਤੇ ਹਿੰਦੁਸਤਾਨ ਨਾਲ ਕਹੋ ਪਾਕਿਸਤਾਨ ਸਾਰਾ ਕੁਝ ਇਕੱਠਾ ਹੀ ਸੀ। ਉਦੋਂ ਮੱਕੇ ਤੱਕ ਗੱਲ ਚੱਲਦੀ ਹੁੰਦੀ ਸੀ, ਦੋ ਵਿਚਾਰਧਾਰਾ ਦੀ ਟੱਕਰ ਚੱਲਦੀ ਸੀ। ਇੱਕ ਹਿੰਦੂ ਵਿਚਾਰਧਾਰਾ ਜਿਹੜੀ ਭਾਰਤੀ ਸੰਸਕ੍ਰਿਤੀ ਦੀ ਪੁਰਾਣੀ ਵਿਚਾਰਧਾਰਾ ਸੀ, ਤੇ ਇੱਕ ਇਸਲਾਮ ਦੀ ਵਿਚਾਰਧਾਰਾ। ਤੇ ਭੀਖਣ ਸ਼ਾਹ ਕਿਉਂਕਿ ਸੂਫੀ ਫਕੀਰ ਹੈ, ਦੋਵਾਂ ਦੀ ਇੱਕ ਵਿਕਤਾ ਦੇਖਣਾ ਚਾਹੁੰਦਾ ਹੈ, ਟਕਰਾਅ ਨਹੀਂ ਚਾਹੁੰਦਾ। ਸੂਫੀਆਂ ਨੇ ਕਦੀ ਟਕਰਾਅ ਨਹੀਂ ਚਾਹਿਆ। ਬਾਬਾ ਫਰੀਦ ਕਿੰਨਾ ਪਿਆਰ ਦਿੰਦੇ ਕਿ ਉਹਨੇ ਸਾਰੀ ਖਲਕ ਨੂੰ ਕਿੰਨਾ ਪਿਆਰ ਦਿੱਤਾ, ਤੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੀ ਬਾਣੀ ਨੂੰ ਪਿਆਰ ਦਿੱਤਾ, ਸੀਨੇ ਨਾਲ ਲਾਈ, ਤੇ ਗੁਰੂ ਅਰਜਨ ਦੇਵ ਨੂੰ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਬਣਾ ਦਿੱਤਾ। ਬਾਬਾ ਫਰੀਦ ਸਾਡਾ ਏ, ਜਿਨ੍ਹਾਂ ਦੀ ਬਾਣੀ ਨੂੰ ਅਸੀਂ ਰੱਬ ਰੂਪ ਜਾਣ ਕੇ ਮੱਥਾ ਟੇਕਦੇ ਹਾਂ, ਗੁਰੂ ਰੂਪ ਜਾਣ ਕੇ ਮੱਥਾ ਟੇਕਦੇ ਹਾਂ, ਇੱਕ ਇੱਕ ਅੱਖਰ ਨੂੰ ਮੱਥਾ ਟੇਕਦੇ ਹਾਂ। ਸੂਫੀਆਂ ਫਕੀਰਾਂ ਦੇ ਸਭ ਤੋਂ ਪਹਿਲਾ ਵੱਡਾ ਸੂਫੀ ਫਕੀਰ ਬਾਬਾ ਫਰੀਦ, ਉਸ ਤੋਂ ਬਾਅਦ ਬੁੱਲੇ ਤੱਕ ਕੱਲੇ ਸੂਫੀ ਫਕੀਰ ਦੀ ਰਚਨਾ ਕੱਢ ਕੇ ਦੇਖ ਲਿਆ। ਉਹ ਇਕੱਲੇ ਇਸਲਾਮ ਦੇ ਨਹੀਂ, ਉਹਨਾਂ ਨੇ ਅਡੋਪਟ ਕਰ ਲਿਆ ਸੀ ਸਾਰਾ ਕੁਛ ਹੀ। ਇਸ ਧਰਤੀ 'ਚ ਉੱਠੇ ਸਨ ਉਹ, ਤੇ ਉਹ ਭੀਖਣ ਸ਼ਾਹ ਜਿਹੜਾ ਟਕਰਾਅ ਨਹੀਂ ਚਾਹੁੰਦਾ, ਸੂਫੀ ਫਕੀਰ ਆ, ਉਹ ਪਟਨੇ ਤੱਕ ਫੇਰ ਗਿਆ। ਤੇ ਜਾ ਕੇ ਇੱਕ ਮਨ ਦੇ ਅੰਦਰ ਦਾ ਖਿਆਲ ਸੀ ਕਿ ਜਿਹੜੇ ਪਾਸੇ ਦਾ ਸਾਈਡ ਇਹਨੇ ਲੈ ਲਈ, ਜਿਹੜਾ ਪਾਸਾ ਇਹਨੇ ਲੈ ਲਿਆ, ਜੇ ਦੋ ਵਿਚਾਰਧਾਰਾ ਨੇ, ਇੱਕ ਹਿੰਦੂ ਵਿਚਾਰਧਾਰਾ ਹੈ ਤੇ ਇੱਕ ਇਸਲਾਮ ਦੀ ਵਿਚਾਰਧਾਰਾ, ਜਿੱਧਰਲੇ ਬੰਨੇ ਪਰਮਾਤਮਾ ਦਾ ਰੂਪ, ਪਰਮਾਤਮਾ ਦੀ ਸਾਰੀਆਂ ਸ਼ਕਤੀਆਂ ਲੈ ਖੜਾ, ਉਹਦੀ ਜਿੱਤ ਹੋ ਜਾਣੀ ਆ। ਤੇ ਉਹਨੇ ਦੋ ਕੁੱਜੀਆਂ ਆਪਣੇ ਮਨ ਦੇ ਵਿੱਚ ਰੱਖ ਲਈਆਂ ਕੋਲ, ਦੋ ਕੁੱਜੇ ਰੱਖ ਲੈ, ਦੋਵਾਂ 'ਚ ਦੋ ਤਰ੍ਹਾਂ ਦੇ ਪਦਾਰਥ ਪਾ ਲੈ ਖਾਣ ਵਾਲੇ, ਕਿ ਜਿਹਦੇ ਤੇ ਹੱਥ ਰੱਖ ਦੇਣਗੇ, ਕਲਗੀਧਰ ਪਾਤਸ਼ਾਹ ਛੋਟੀ ਉਮਰ ਜੇ ਜਿਹਦੇ ਤੇ ਹੱਥ ਰੱਖ ਦੇਣਗੇ ਸਮਝਾਂਗੇ ਉਹਨੂੰ ਨਾ ਬਚਾ ਲਿਆ, ਦੂਜੇ ਨੂੰ ਡੋਬ ਦਿੱਤਾ। ਪਰ ਜਦੋਂ ਲੈ ਕੇ ਪਹੁੰਚਿਆ ਉੱਥੇ, ਸਾਖੀ ਲੰਬੀ ਹੈ, ਮੈਂ ਸਾਖੀ ਸਾਂਝੀ ਬੇਸ਼ੱਕ ਨਾ ਸਾਰੀ ਕਰਾਂ, ਪਰ ਜਦੋਂ ਸਾਰੰਸ ਕਹਿ ਦਿਆਂ, ਜਦੋਂ ਲੈ ਕੇ ਪਹੁੰਚਿਆ, ਜਦੋਂ ਬੇਨਤੀ ਕਰਕੇ ਮਾਮਾ ਕਿਰਪਾਲ ਜੀ ਨੇ, ਮਾਤਾ ਗੁਜਰੀ ਨੇ ਦਰਸ਼ਨ ਕਰਾਉਣ ਲਈ ਮੰਨ ਗਏ, ਤੇ ਉਹਨੇ ਮੋਹਰੇ ਕੁੱਜੀਆਂ ਦੋਨੇ ਰੱਖ ਦਿੱਤੀਆਂ। ਫਿਰ ਦਰਸ਼ਨ ਕਰਦੇ ਨਮਸਕਾਰ ਕਰਕੇ
ਰੱਬ ਦੇ ਰੂਪ ਖੁਦਾ ਮਨ 'ਚ ਅਰਦਾਸ ਕਰ ਰਿਹਾ ਕਿ ਖੁਦਾ ਦੇ ਰੂਪ ਹੋ ਤੁਸੀਂ। ਕਿਸੇ ਇੱਕ ਕੁੱਜੀ ਤੇ ਜਿਹਦੇ ਹੱਥ ਰੱਖ ਦਿਓ, ਮੇਰਾ ਸ਼ੰਕਾ ਨਿਵਰਤ ਹੋ ਜਾਵੇ। ਜਿੱਥੇ ਮਰਜ਼ੀ ਹੱਥ ਰੱਖ ਦਿਓ। ਤੇ ਸਤਿਗੁਰੂ ਨੇ ਆਪਣੇ ਛੋਟੀ ਉਮਰ ਹੈ ਅਜੇ ਗੁਰੂ ਨਾਨਕ ਦੀ ਜੋਤ ਕੋਲ ਨਹੀਂ, ਪਰ ਪਰਮਾਤਮਾ ਦੀਆਂ ਪੂਰੀਆਂ ਸ਼ਕਤੀਆਂ ਕੋਲ ਨੇ। ਅੰਦਰੋਂ ਬਾਹਰੋਂ ਬੇਸ਼ੱਕ ਅਜੇ ਸਥੂਲ ਸਰੀਰ ਦਾ ਆਪਣਾ ਇੱਕ ਵੱਖਰਾ ਨਿਯਮ ਹੁੰਦਾ ਹੈ, ਪਰ ਸੂਖਮ ਸਰੀਰ ਦਾ ਇੱਕ ਵੱਖਰਾ ਨਿਯਮ ਹੁੰਦਾ ਹੈ। ਬਾਹਰੋਂ ਬੇਸ਼ੱਕ ਅਜੇ ਸਥੂਲ ਸਰੀਰ ਦੇ ਬੁੱਲ ਜਿਹੜੇ ਆ ਫਰਕਦੇ ਨੇ, ਪਰ ਬੋਲ ਨਹੀਂ ਸਕਦੇ। ਪਰ ਹੱਥ ਜਿਹੜੇ ਨੇ ਸਤਿਗੁਰੂ ਨੇ ਦੋਵਾਂ ਕੁੱਜੀਆਂ ਦੇ ਉੱਤੇ ਆਪਣੇ ਹੱਥ ਰੱਖ ਕੇ ਦੋਵਾਂ ਨੂੰ ਅੰਦਰ ਬਾਹਰ ਥੋੜ੍ਹਾ ਜਿਹਾ ਨਵਾ ਕੇ ਦੋਵਾਂ 'ਚ ਥੋੜ੍ਹਾ ਥੋੜ੍ਹਾ ਪਦਾਰਥ ਪਾਣੀ ਤੇ ਦੁੱਧ ਕਿਹਾ, ਇੱਕ 'ਚ ਪਾਣੀ ਇੱਕ 'ਚ ਦੁੱਧ, ਦੋਵਾਂ ਨੂੰ ਥੋੜ੍ਹਾ ਥੋੜ੍ਹਾ ਵਿਚਕਾਰ ਕਰਕੇ ਡੋਲ ਤੱਕ ਦੋਵਾਂ ਨੂੰ ਇਕੱਠੇ ਕਰ ਦਿੱਤਾ। ਇਸ਼ਾਰਾ ਦੇ ਦਿੱਤਾ ਸਤਿਗੁਰੂ ਨੇ। ਭੀਖ ਨਿਸ਼ਾਨ ਜਿਹੜੀ ਗੱਲ ਸਮਝੀ ਕਿ ਇਹ ਦੋਵਾਂ ਪੰਥਾਂ ਦੋਨੇ ਜੋ ਵਿਚਾਰਧਾਰਾ ਨੇ, ਦੋਵਾਂ ਵਿਚਾਰਧਾਰਾਂ ਦੇ ਨੂੰ ਤੇ ਹੀ ਹੱਥ ਵੀ ਰੱਖੇਗਾ, ਹੱਕ ਤੇ ਸੱਚ ਦੇ ਵਿੱਚ ਖੜਾ ਹੋਏਗਾ, ਪਰ ਨਾਲ ਵਿੱਚ ਇੱਕ ਤੀਜੀ ਧਾਰਾ ਵੀ ਪੈਦਾ ਹੋਏਗੀ। ਦੋਵਾਂ ਧਾਰਾਂ ਨੂੰ ਮਿਲਾ ਕੇ ਜਿਹੜੀ ਤੀਜੇ ਪੰਥ ਦੇ ਤੌਰ ਤੇ ਗੱਲ ਹੋ ਗਈ। ਭੀਖ ਨਿਸ਼ਾਨ ਇਹ ਗੱਲ ਉਦੋਂ ਬਚਪਨ ਦੇ ਵਿੱਚ ਬੁਝਲੀ ਸੀ। ਤੇ ਫਿਰ ਭਾਈ ਗੁਰਦਾਸ ਜੀ ਨੇ ਕਹਿ ਦਿੱਤਾ। ਭਾਈ ਗੁਰਦਾਸ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆਂ 'ਚ ਕਵੀ ਸਨ, ਜਿਹਨੂੰ ਆਪਾਂ ਭਾਈ ਗੁਰਦਾਸ ਸਿੰਘ ਦੇ ਨਾਂ ਤੇ ਯਾਦ ਕਰਦੇ। ਪਹਿਲੇ ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਦੇ ਵੇਲੇ, ਦੂਜੇ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਰਚਨਾ ਲਿਖੀ ਨਾ ਵਾਹੋ ਵਾਹੋ ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ, ਕਲਗੀਧਰ ਦੇ 52 ਕਵੀਆਂ 'ਚੋਂ ਸਨ। ਆਪਾਂ ਭਾਈ ਗੁਰਦਾਸ ਸਿੰਘ ਵੀ ਕਹਿ ਦਿੰਦੇ ਕਈ ਵਾਰੀ, ਪਰ ਭਾਈ ਗੁਰਦਾਸ ਹੀ ਉਹਨਾਂ ਦੇ ਨਾਂ ਨਾਲ ਲਿਖਿਆ ਮਿਲਦਾ ਹੈ। ਉਹ ਦੂਜੇ ਸਨ ਕਲਗੀਧਰ ਦੇ 52 ਕਵੀਆਂ 'ਚੋਂ ਕਹਿੰਦੇ ਨੇ ਤੀਸਰ ਪੰਥ ਚਲਾਇਆ, ਕਿ ਗੁਰੂ ਗੋਬਿੰਦ ਸਿੰਘ ਨੇ ਤੀਜਾ ਪੰਥ ਚਲਾਤਾ। ਫਿਰ ਤੀਸਰ ਪੰਥ ਚਲਾਇਆ ਜਿਹਦੀ ਨੀਂਹ ਗੁਰੂ ਨਾਨਕ ਸਾਹਿਬ ਰੱਖ ਗਏ ਸਨ। ਨਾਨਕ ਨਿਰਮਲ ਪੰਥ ਚਲਾਇਆ ਜਿਹਦੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਦੇ ਗਏ ਸਨ। ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਤੀਜੇ ਪੰਥ ਦੇ ਤੌਰ ਦੇ ਉੱਤੇ ਪ੍ਰਜਵਲਿਤ ਕਰ ਦਿੱਤਾ, ਖਾਲਸਾ ਪੰਥ ਸਾਜ ਕੇ। ਔਰ ਇਸੇ ਗੱਲ ਨੂੰ ਬਾਅਦ 'ਚ ਭਾਈ ਗੁਰਦਾਸ ਜੀ ਨੇ 52 ਵਿੱਚ ਉਹਨਾਂ ਨੇ ਆਖਿਆ ਸੀਗਾ ਕਿ ਗੁਰਸੰਗਤ ਕੀਨੀ ਖਾਲਸਾ। ਗੁਰੂ ਨਾਨਕ ਨੇ ਜਿਹੜੀ ਸੰਗਤ ਕਾਇਮ ਕੀਤੀ ਸੀ, ਗੁਰੂ ਨਾਨਕ ਨੇ ਬਾਣੀ ਨਾਲ ਜੋੜ ਕੇ, ਸੱਚ ਨਾਲ ਜੋੜ ਕੇ, ਸਿਮਰਨ ਨਾਲ ਜੋੜ ਕੇ, ਸ਼ਬਦ ਨਾਲ ਜੋੜ ਕੇ ਜਿਹੜੀ ਸੰਗਤ ਕਾਇਮ ਕੀਤੀ ਸੀ, ਉਸੇ ਗੁਰੂ ਸੰਗਤ ਨੂੰ ਗੁਰਸੰਗਤ ਕੀਨੀ ਖਾਲਸਾ, ਉਸ ਗੁਰਸੰਗਤ ਨੂੰ ਕਲਗੀਧਰ ਪਾਤਸ਼ਾਹ ਨੇ ਖਾਲਸਾ ਪੰਥ ਬਣਾਤਾ। ਗੁਰਸੰਗਤ ਕੀਨੀ ਖਾਲਸਾ, ਮਨਮੁਖੀ ਦੁਹੇਲਾ। ਜਿਹੜੇ ਮਨਮੁਖ ਸਨ, ਜਿਹੜੇ ਖੰਡੇ ਬਾਟੇ ਦੀ ਪੌਲ ਦੇ ਦਾਇਰੇ ਅੰਦਰ ਨਹੀਂ ਆਏ, ਉਹ ਮਨਮੁਖ ਦੇ ਮਨਮੁਖ ਰਹਿ ਗਿਆ, ਦੁਹੇਲੇ ਹੋ ਗਿਆ। ਫਿਰ ਇੱਕ ਲੀਕ ਖਿੱਚਤੀ ਪੱਕੀ। ਉਹ ਲੀਕ ਜਿਹੜੀ ਗੁਰੂ ਨਾਨਕ ਸਾਹਿਬ ਸਿਧਾਂਤਕ ਤੌਰ ਤੇ ਵਾਹ ਗਏ ਸਨ, ਗੁਰਮੁਖ ਤੇ ਮਨਮੁਖ ਦੇ ਵਿਚਕਾਰ, ਜਿੱਥੇ ਗੁਰਮੁਖ ਦੀ ਨੂੰ ਗੁਰੂ ਨਾਨਕ ਸਾਹਿਬ ਨੇ ਵਰਦਾਨ ਦੇ ਦਿੱਤੇ ਸੀ, ਗੁਰਮੁਖ ਨਾਮਦਾਨ ਇਸ਼ਨਾਨ, ਗੁਰਮੁਖ ਲਾਗੇ ਸਹਿਜ ਧਿਆਨ, ਗੁਰਮੁਖ ਭਉ ਭੰਜਨ ਪ੍ਰਧਾਨ, ਗੁਰਮੁਖ ਲਾਗੇ ਸਹਿਜ ਧਿਆਨ ਬਖਸ਼ੀਆਂ ਕਰ ਦਿੱਤੀਆਂ ਸਨ। ਤੇ ਜਿੱਥੇ ਮਨਮੁਖ ਦੀ ਗੱਲ ਆਈ ਸੀ, ਉੱਥੇ ਆਖ ਦਿੱਤਾ ਸੀ ਵਿਣ ਗੁਰ ਭਰਮੇ ਆਵੇ ਜਾਏ, ਵਿਣ ਗੁਰ ਘਾਲ ਨਾ ਪਵੀ ਥਾਂ, ਬਿਨ ਗੁਰ ਬਣੂਆ ਆਤ ਡਰਾਏ, ਬਿਨ ਗੁਰ ਬਿਸੀਅਰ ਡੱਸੇ ਮਰਵਾਟ, ਨਾਨਕ ਗੁਰ ਬਿਨ ਘਾਟੇ ਘਾਟ। ਉਹ ਜਿਹੜੀ ਲੀਕ ਸੀ ਗੁਰੂ ਨਾਨਕ ਸਾਹਿਬ ਨੇ ਖਿੱਚੀ ਸੀ ਮਨਮੁਖ ਤੇ ਗੁਰਮੁਖ ਦੀ ਗੁਰਬਾਣੀ ਦੇ ਅੰਦਰ ਜੋਗੀਆਂ ਨੂੰ ਸੰਬੋਧਨ ਹੁੰਦਿਆਂ ਹੋਇਆ, ਉਹ ਲੀਕ ਨੂੰ ਖਾਲਸਾ ਪੰਥ ਸਾਜ ਕੇ, ਪੰਥ ਚਲਾ ਕੇ, ਨਿਰਮਲ ਪੰਥ ਨੂੰ ਖਾਲਸਾ ਪੰਥ ਬਣਾ ਕੇ ਉਸ ਲੀਕ ਨੂੰ ਪੱਕਿਆਂ ਕਰ ਦਿੱਤਾ। ਤੇ ਭਾਈ ਗੁਰਦਾਸ ਜੀ ਨੇ ਗੁਰਸੰਗਤ ਕੀਨੀ ਖਾਲਸਾ, ਮਨਮੁਖੀ ਦੁਹੇਲਾ, ਇੱਕ ਪੱਕੀ ਲੀਕ ਦਾ ਇਸ਼ਾਰਾ ਕਰ ਦਿੱਤਾ। ਕਲਗੀਧਰ ਪਾਤਸ਼ਾਹ ਬਖਸ਼ਿਸ਼ਾਂ ਕਰੇ, ਰਹਿਮਤਾਂ ਕਰੇ, ਅਸੀਂ ਕਲਗੀਧਰ ਪਾਤਸ਼ਾਹ ਦੇ ਦਰਸਾਏ ਰਸਤੇ ਤੇ ਤੁਰ ਸਕੀਏ। ਉਸ ਪਾਤਸ਼ਾਹ ਨੇ ਆਪਣੇ ਪੁੱਤਰ ਵਰਗੇ ਸਾਨੂੰ ਆਪਣਾ ਪੁੱਤਰ ਬਣਾਇਆ, ਉਹਦੇ ਮਾਰਗ ਤੇ ਚੱਲੀਏ, ਉਹਦੇ ਪੁੱਤਰ ਬਣੀਏ, ਸਹੀ ਅਰਥਾਂ 'ਚ ਉਹਦੇ ਪੁੱਤਰ ਬਣੀਏ ਜੀ। ਸਤਿਗੁਰ ਬਖਸ਼ਿਆ ਕਰੇ, ਰਹਿਮਤਾਂ ਕਰੇ। ਕੁਲਵੰਤ ਸਿੰਘ ਜੀ ਕੁਝ ਕਹਿਣਾ ਅਖੀਰ ਤੇ ਕਾਫੀ। ਪੰਜਾਬੀ ਸਾਰੇ ਜੋ ਆਪਾਂ ਉਹਦੇ ਪੁੱਤਰ ਹੀ ਆ ਜੀ, ਬਿਲਕੁਲ। ਇੱਦਾਂ ਜਿੱਥੇ ਵੀ ਹੋਵੇ ਗੁਰੂ ਗੋਬਿੰਦ ਸਿੰਘ ਦਾ ਨਾਂ ਤੇ ਉਹਦੀ ਜੋ ਪੱਗ ਆਪਾਂ ਲੈ ਕੇ ਜਾਂਦੇ ਆ ਜੀ, ਉਹ ਹੋਣੀ ਚਾਹੀਦੀ ਹੈ। ਮੈਂ ਕਿਸੇ ਨੇ ਮੈਂ ਕਲਚਰਲ ਪ੍ਰੋਗਰਾਮ ਕਰਦੇ ਨੇ ਮੁੰਡੇ ਸਿੰਘ ਵਾ ਸਾਰੇ, ਉਹਨਾਂ ਨੇ ਸ਼ੇਰ ਲਿਖ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜੀ। ਉਹ ਪਹਿਲਾਂ ਸਟਾਰਟਿੰਗ ਤੋਂ ਇਹ ਸ਼ੇਰ ਲਾਉਂਦੇ ਆ, ਮੈਂ ਸੁਣਾਉਣਾ ਜੀ। ਮੈਂ ਸੁਣਾਉਣ ਲੱਗਾ ਜੀ, ਕਿਰਪਾ ਕਰਿਓ। ਉਹ ਸਾਡੀ ਸ਼ਾਨ ਵੱਖਰੀ, ਪਹਿਚਾਨ ਵੱਖਰੀ ਜੀ, ਅਸੀਂ ਸੂਰਮੇ ਸੋਹਣੇ ਪੰਜਾਬ ਦੇ ਆ। ਉਹ ਸੱਜਿਆ ਏ ਖਾਲਸਾ, ਬਣਾਈ ਕੌਮ ਵੱਖਰੀ। ਉਹ ਅਸੀਂ ਪੁੱਤਰ ਉਸ ਸਰਕਾਰ ਦੇ ਆ। ਉਹ ਸੱਜਿਆ ਏ ਖਾਲਸਾ, ਬਣਾਈ ਕੌਮ ਵੱਖਰੀ। ਅਸੀਂ ਪੁੱਤਰ ਉਸ ਸਰਕਾਰ ਦੇ ਆ। ਹੋ ਉੱਚੇ ਸੋਹਣੇ ਸੂਰਮੇ, ਪੋਚ ਮੀਆਂ ਪੱਗਾਂ ਵਾਲੇ, ਹੋ ਲਾਇੰਸਾ ਪੰਜਾਬ ਸਾਨੂੰ ਆਖਦੇ ਆ। ਉਹ ਸਾਨੂੰ ਪੰਜਾਬ ਵਾਲੇ ਸ਼ੇਰ ਤਾਈਓ ਆਖਦੇ ਆ। ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਰਕੇ ਪੰਜਾਬ ਦੇ ਸ਼ੇਰ ਰੱਖਦੇ ਹਨ ਜੀ। ਬਿਲਕੁਲ। ਔਰ ਪੰਜਾਬ ਦੇ ਸ਼ੇਰ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਰਹਿਮਤਾਂ। ਨਹੀਂ ਤਾਂ ਇਤਿਹਾਸ ਬੋਲਦਾ ਪਿਆ
ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪਠਾਨ ਚੜ੍ਹ ਕੇ ਆਇਆ ਕਰਦੇ ਸੀ ਜਮਰੋਦ ਨੂੰ, ਖੈਬਰ ਦੇ ਦਰੇ ਨੂੰ ਪਾਰ ਕਰਕੇ, ਤੇ ਤੁਰੇ ਜਾਂਦੇ ਮਹਿਮੂਦ ਗਜਨਵੀ, ਮੁਹੰਮਦ ਗੌਰੀ, ਤੁਰੇ ਜਾਂਦੇ ਗੁਜਰਾਤ ਤੱਕ, ਲੁੱਟਾਂ ਮਾਰਾਂ ਕਰਦੇ ਜਾਂਦੇ, ਸੋਮਨਾਥ ਵਰਗੇ ਮੰਦਰਾਂ ਤੱਕ ਨੂੰ ਲੁੱਟ ਕੇ ਲੈ ਆਉਂਦੇ। ਬਾਅਦ 'ਚ ਬਹੂ ਬੇਟੀਆਂ ਨੂੰ ਜਿੰਨੀ ਕੁ ਉਹਨਾਂ ਦੀ ਗਿਣਤੀ ਹੁੰਦੀ ਸੀ ਉਨੀ ਕੁ ਨਾਲ ਬੰਨ੍ਹ ਕੇ ਵੀ ਲੈ ਜਾਂਦੇ। ਪਰ ਸੈਂਕੜਿਆਂ ਦੇ ਹਜ਼ਾਰਾਂ ਦੀ ਗਿਣਤੀ, ਲੱਖਾਂ ਨੂੰ ਲੁਤਾੜ ਕੇ ਚਲ ਜਾਂਦੇ, ਕਰੋੜਾਂ ਨੂੰ ਲੁਤਾੜ ਕੇ ਚਲ ਜਾਂਦੇ। ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਦੇ ਕੇ ਇਹਨਾਂ ਚਿੜੀਆਂ ਨੂੰ ਬਾਜ ਬਣਾ ਦਿੱਤਾ, ਚਿੜੀਆਂ ਨੂੰ ਬਾਜਾਂ ਨਾਲ ਲੜਨਾ ਸਿਖਾਤਾ। ਤੇ ਜਦੋਂ ਗੁਰੂ ਗੋਬਿੰਦ ਸਿੰਘ ਦੀ ਮਿਹਰ ਆ ਗਈ, ਬਖਸ਼ਿਸ਼ ਆ ਗਈ, ਅੰਮ੍ਰਿਤ ਦੀ ਦਾਤ ਆ ਗਈ, ਤੇ ਕਹਿਣਾ ਸ਼ੁਰੂ ਕਰਤਾ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਕਦੀ ਤੱਕੜੀ ਨਹੀਂ ਚੱਕੀ ਸੀ, ਉਹਨਾਂ ਨੇ ਕਹਿਣਾ ਸ਼ੁਰੂ ਕਰਤਾ, ਜਿਹੜੇ ਕਹਿੰਦੇ ਸਨ ਪਹਿਲਾਂ, ਕਾਮ ਹਮਾਰਾ ਤੋਲਨ ਤੱਕੜੀ, ਨੰਗੀ ਕਰਦ ਕਬੂ ਨਾ ਪਕੜੀ, ਚਿੜੀ ਉੜੇ ਡਰ ਸੋ ਮਰ ਜਾਊਂ, ਦੁਸ਼ਮਣ ਸੋ ਕੈਸੇ ਲੜ ਪਾਊਂ। ਪਰ ਜਦੋਂ ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਆ ਗਿਆ, ਫਿਰ ਕਹਿੰਦੇ ਝੁਕ ਜਾਏਗੀ ਹਰ ਤਕਦੀਰ ਮੇਰੀ ਸ਼ਮਸ਼ੀਰ ਕੇ ਸਾਹਮਣੇ। ਤੋ ਕਿਹਾ ਹੀ ਨਹੀਂ, ਕਰਕੇ ਦਿਖਾਇਆ। 1.25 ਲੱਖ ਦੇ ਨਾਲ ਇੱਕ ਲੜਿਆ। ਤੇ ਖੈਬਰ ਵਾਲਾ ਦਰਾ ਉਧਰਲੇ ਬੰਨੇ ਫਿਰ ਹਰੀ ਸਿੰਘ ਨਲੂਏ ਦੇ ਵੇਲੇ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ 1.5 ਲੱਖ ਦਾ ਮਲਖਈਆ ਚੜ੍ਹ ਕੇ ਆਇਆ। ਹਰੀ ਸਿੰਘ ਨਲੂਏ ਕੋਲ ਸਿਰਫ 8000 ਫੌਜ ਹੈ। 8000 ਦੇ ਨਾਲ 1.5 ਲੱਖ ਨੂੰ ਵਾਪਸ ਦਰਿਆ ਖੈਬਰ ਤੋਂ ਭਜਾਇਆ ਵੀ, ਦੜਾਇਆ ਵੀ, ਤੇ ਬਾਹਰ ਕਾਬਲ ਕੰਦਾਰ ਵੱਲ ਵਾਪਸ ਮੋੜ ਦਿੱਤਾ। ਇਹ 8000 ਸਿੰਘਾਂ ਨੇ 1.5 ਲੱਖ ਪਠਾਨਾਂ ਨੂੰ ਮੋੜਿਆ। ਇਹ ਵੀ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਸੀ। ਪਰ ਗੁਰੂ ਗੋਬਿੰਦ ਸਿੰਘ ਦੇ ਸੂਰਿਆਂ ਨੇ ਮੋੜਿਆ ਸੀ, ਹਰੀ ਸਿੰਘ ਨਲੂਏ ਨੇ ਮੋੜਿਆ ਸੀ। 1.5 ਲੱਖ ਦੀ ਚੜ੍ਹ ਕੇ ਆਈ, ਜਿਹੜੇ ਸੀ ਮੁਜਾਹਿਦ ਬਣ ਕੇ ਆਏ ਸਨ, ਜਿਹੜੇ 1.5 ਲੱਖ ਦੇ ਜਿਹੜੇ ਦਲ ਚੜ੍ਹ ਕੇ ਆਇਆ ਸੀ, ਉਹਨੂੰ 8000 ਦੇ ਨਾਲ ਮੋੜਤਾ ਹਰੀ ਸਿੰਘ ਨਲੂਏ ਨੇ। ਇਹ ਵੀ ਗੱਲ ਇਤਿਹਾਸ ਦੇ ਵਿੱਚ ਮਿਲਦੀ ਹੈ। ਤੇ ਜੇ ਕਿਤੇ ਉਹੀ ਅਫਗਾਨ ਜਿਹੜੇ ਕਿਤੇ ਚੜ੍ਹ ਕੇ ਆਉਂਦੇ ਸਨ 10,000 ਦੀ ਗਿਣਤੀ 'ਚ, ਪੂਰਾ ਹਿੰਦੁਸਤਾਨ ਲੁੱਟ ਲੈਂਦੇ ਸਨ, 10 ਦੀ 12,000 ਦੀ ਗਿਣਤੀ ਚੜ੍ਹ ਕੇ ਆਏ ਸਨ। ਸਾਰਾ ਗੜੀ ਦੇ ਸਾਕਾ ਆਪਾਂ ਸਾਰਿਆਂ ਨੇ ਸੁਣਿਆ। ਮੋਰੇ 21 ਸਨ ਸਿਰਫ ਸਿੱਖ, ਗੁਰੂ ਗੋਬਿੰਦ ਸਿੰਘ ਦੇ ਕਲਗੀਧਰ ਪਾਤਸ਼ਾਹ ਦੇ 21 ਨੇ 12,000 ਦਾ ਮੂੰਹ ਮੋੜ ਦਿੱਤਾ ਸੀ। ਸ਼ਹਾਦਤਾਂ ਜ਼ਰੂਰ ਪਾਈਆਂ, ਪਰ ਮੂੰਹ ਮੋੜਤਾ। ਇਹ ਕਲਗੀਧਰ ਦੇ ਅੰਮ੍ਰਿਤ ਦੀ ਬਖਸ਼ਿਸ਼ ਸੀ, ਕਲਗੀਧਰ ਦੀ ਰਹਿਮਤਾਂ ਦੀ ਬਖਸ਼ਿਸ਼ ਸੀ। ਖੀਰ ਦੇ ਵਿੱਚ ਮੇਰੇ ਖਿਆਲ ਤੁਸੀਂ ਵਧਾਈਆਂ ਦਿਓ, ਤੇ ਫਿਰ 2 ਮਿੰਟ ਰਹਿ ਕੇ ਖਮਾ ਜੀ। ਖੀਰ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਇੱਕ ਵਾਰ ਫੇਰ ਸਾਰੀ ਸੰਗਤ ਨੂੰ ਵਧਾਈਆਂ, ਜਿਨ੍ਹਾਂ ਨੇ ਸਪੋਰਟ ਕੀਤੀ ਹੈ ਮੇਰੇ ਗੀਤ ਨੂੰ। ਕਰਾਂ ਅਰਦਾਸ ਉਹਨਾਂ ਸਾਰਿਆਂ ਦਾ ਧੰਨਵਾਦੀ ਹਾਂ। ਜੋ ਅੱਗੇ ਆਪਾਂ ਕਰਨੇ ਉਹਨਾਂ ਵੀ ਤੁਸੀਂ ਕਿਰਪਾ ਕਰਨੀ ਆ। ਸਾਰਿਆਂ ਸੰਗਤ ਟੀਵੀ ਦਾ, ਰਾਣਾ ਜੀ ਦਾ, ਤੇ ਸੰਗਤਾਂ ਦਾ ਬਹੁਤ ਧੰਨਵਾਦੀ ਹਾਂ। ਚੜ੍ਹਦੀ ਕਲਾ ਰੱਖੇ ਮਹਾਰਾਜ ਜੀ। ਕੁਲਵੰਤ ਸਿੰਘ ਜੀ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਬੇਨਤੀ ਪ੍ਰਵਾਨ ਕਰਕੇ ਖੜੇ ਪੈਰ ਸੀ, ਖੜੇ ਪੈਰ ਬੇਨਤੀ ਪ੍ਰਵਾਨ ਕਰਕੇ ਆਏ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਬੜੀ ਰਸ ਭਿੰਨੀ ਮਿੱਠੀ ਆਵਾਜ਼ ਦੇ ਵਿੱਚ, ਲੈਅ ਵਾਲੀ ਆਵਾਜ਼ ਦੇ ਵਿੱਚ, ਸੁਰ ਵਾਲੀ ਆਵਾਜ਼ ਦੇ ਵਿੱਚ ਕਵਿਤਾਵਾਂ ਗੀਤ ਸਾਂਝੇ ਕੀਤੇ, ਉਹਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਧੰਨਵਾਦ ਆਪ ਸਭ ਸੰਗਤਾਂ ਦਾ, ਜਿੱਦਾਂ ਜੁੜੀਆਂ ਸੰਗਤ ਟੈਲੀਵਿਜ਼ਨ ਉੱਦਾਂ ਜੁੜੇ ਰਹਿਣਾ। ਜੁੜ ਮਿਲ ਕੇ ਆਪਾਂ ਗੁਰੂ ਦੀਆਂ ਬਾਤਾਂ ਪਾਉਣੀਆਂ, ਔਰ ਗੁਰੂ ਦੀਆਂ ਬਾਤਾਂ ਵਿਵਾਕ ਹੋ ਕੇ ਪਾਉਣੀਆਂ। ਜੇ ਆਪਾਂ ਸਿੱਖ ਜਾਈਏ ਨਾ, ਤੇ ਫਿਰ ਮੇਰਾ ਖਿਆਲ ਗੱਲ ਸਾਡੀ ਗਾਂਹ ਤੁਰੇਗੀ। ਸਤਿਗੁਰੂ ਦਾ ਫਲਸਫਾ ਬੜਾ ਪਿਆਰਾ, ਗੁਰੂ ਦੀਆਂ ਬਖਸ਼ਿਸ਼ਾਂ ਬੜੀਆਂ ਪਿਆਰੀਆਂ, ਗੁਰੂ ਦੀਆਂ ਰਹਿਮਤਾਂ ਬੜੀਆਂ ਪਿਆਰੀਆਂ, ਗੁਰੂ ਦੀਆਂ ਕੁਰਬਾਨੀਆਂ ਬਹੁਤ ਜ਼ਿਆਦਾ ਆ, ਗੁਰੂ ਦੀ ਦੇਣ ਬਹੁਤ ਵੱਡੀ ਆ। ਸਾਡੇ 'ਚ ਕੋਈ ਉਮਤਾਈਆਂ ਰਹਿ ਗਈਆਂ, ਸ਼ਾਇਦ ਸਾਡੇ 'ਚ ਕੋਈ ਕਮੀਆਂ ਰਹਿ ਗਈਆਂ। ਅਸੀਂ ਪ੍ਰਚਾਰੀ ਦੁਨੀਆ ਭਰ 'ਚ, ਨਹੀਂ ਤਾਂ ਦੁਨੀਆ ਭਰ 'ਚ ਖਾਲਸਾ 96 ਕਰੋੜ ਕਹਿੰਦੇ ਸੀ ਸਾਡੇ ਪੁਰਾਤਨ ਸਿੱਖ। ਖਾਲਸਾ 96 ਕਰੋੜ ਹੋਊਗਾ, ਖਾਲਸਾ 96 ਕਰੋੜ ਹੋਣਾ ਵੀ ਆ, ਬੋਲੇ ਨੇ, ਹੋਣਾ ਵੀ ਚਾਹੀਦਾ। ਇਹ ਫਲਸਫਾ ਜਿਹੜਾ ਹੈ ਸਾਰੇ ਸੰਸਾਰ ਨੂੰ ਆਪਣੀ ਪਕੜ 'ਚ ਲੈਣ ਵਾਲੀ ਗੱਲ ਹੈ। ਅੱਜ ਕਲਗੀਧਰ ਪਾਤਸ਼ਾਹ ਦੇ ਇਸ ਪ੍ਰਕਾਸ਼ ਦਿਹਾੜੇ ਦੇ ਉੱਤੇ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹੋਏ ਪਰਨ ਕਰੀਏ ਕਿ ਅਸੀਂ ਜਿੰਨਾ ਯੋਗਦਾਨ ਪਾ ਸਕਦੇ ਪਾਈਏ ਸਿੱਖੀ ਦੇ ਵਿੱਚ। ਆਪਣਾ ਜੀਵਨ ਵੀ ਉੱਚਾ ਚੱਕੀਏ, ਆਲੇ ਦੁਆਲੇ ਵੀ ਜਿੰਨੀ ਹੋ ਸਕੇ ਕਲਗੀਧਰ ਪਾਤਸ਼ਾਹ ਦੀ ਖੁਸ਼ਬੂਈ ਫੈਲਾਈਏ। ਇੰਨੇ ਸ਼ਬਦਾਂ ਦੇ ਨਾਲ ਖਿਮਾ ਜਾਚਨਾ ਕਰਦੇ ਹਾਂ ਜੀ ਆਪ ਸਭ ਨੂੰ, ਸੰਗਤ ਟੈਲੀਵਿਜ਼ਨ ਵੱਲੋਂ, ਸੰਗਤ ਟੈਲੀਵਿਜ਼ਨ ਦੇ ਸਾਰੇ ਸਟਾਫ ਵੱਲੋਂ। ਕਈ ਵਾਰੀ ਬਹੁਤਾ ਸਟਾਫ ਸਾਡਾ ਜਿਹੜਾ ਹੁੰਦਾ ਉਹ ਕੈਮਰੇ ਦੇ ਪਿੱਛੇ ਰਹਿ ਜਾਂਦਾ, ਉਹ ਸਾਰੇ ਸਟਾਫ ਵੱਲੋਂ, ਰਿਸੈਪਸ਼ਨ 'ਤੇ ਬੈਠੀਆਂ ਸਾਡੀਆਂ ਬੀਬੀਆਂ ਭੈਣਾਂ ਜਿਹੜੇ ਤੁਹਾਡੇ ਫੋਨ ਚੱਕਦੀਆਂ ਨੇ, ਉਹਨਾਂ ਵੱਲੋਂ, ਸਾਰਿਆਂ ਦੇ ਵੱਲੋਂ, ਸੰਗਤ ਟੈਲੀਵਿਜ਼ਨ ਦੇ ਸਾਰੇ ਸਟਾਫ ਵੱਲੋਂ, ਸਾਰੇ ਪ੍ਰੈਜ਼ੈਂਟਰਸ ਵੱਲੋਂ, ਇਹ ਸਾਡੇ ਮਹਿਮਾਨ ਆਏ ਉਹਨਾਂ ਵੱਲੋਂ, ਆਪ ਸਭ ਨੂੰ ਕਲਗੀਧਰ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ। ਆਓ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।